ਮੱਤੇਵਾੜਾ ਦੇ ਜੰਗਲ ਦੇ ਵਿੱਚ ਇੰਡਸਟਰੀ ਆਉਂਦੀ ਹੈ ਤਾਂ ਮੱਤੇਵਾੜੇ ਦੇ ਜੰਗਲ ਦਾ ਨੁਕਸਾਨ ਹੋਵੇਗਾ, ਨਾਲ ਪੈਂਦੇ ਸਤਲੁਜ ਦਾ ਨੁਕਸਾਨ ਹੋਵੇਗਾ ਤੇ ਵੱਡੇ ਪੱਧਰ ਦੇ ਉੱਤੇ ਤਬਾਹੀ ਹੋਵੇਗੀ। ਭਗਵੰਤ ਮਾਨ ਜਦੋਂ ਵਿਰੋਧੀ ਧਿਰ ਦੇ ਵਿੱਚ ਸੀ ਤਾਂ ਉਦੋਂ ਕਹਿੰਦੇ ਰਹੇ ਆ ਜੀ ਅਸੀਂ ਇਹ ਮਤਾ ਜਦੋਂ ਸਰਕਾਰ ਆ ਗਈ ਇਹਦੇ ਖਿਲਾਫ ਪਾ ਦਿਆਂਗੇ, ਅਸੀਂ ਇੱਥੇ ਜੰਗਲ ਲੱਗਣ ਹੀ ਨਹੀਂ ਦੇਣਾ। ਮੱਤੇਵਾੜਾ ਦਾ ਜਿਹੜਾ ਜੰਗਲ ਹੈ ਉਹਨੂੰ ਸਰਕਾਰ ਅਕਵਾਇਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੁਲਤਾਰ ਸਿੰਘ ਸੰਧਵਾ ਜੋ ਸਪੀਕਰ ਹੈ ਉਹ ਹਰ ਦਿਨ ਕਿਸੇ ਨਾ ਕਿਸੇ ਸਤਲੁਜ ਦੇ ਕੰਢੇ ਤੇ ਖੜੇ ਦਿਖਾਈ ਦਿੰਦੇ ਹੁੰਦੇ ਸੀ ਕਿ ਅਸੀਂ ਪਾਣੀ ਦਾ ਉਜਾੜਾ ਨਹੀਂ ਹੋਣ ਦੇਣਾ, ਅਸੀਂ ਜੰਗਲ ਦਾ ਉਜਾੜਾ ਨਹੀਂ ਹੋਣ ਦੇਣਾ। ਤੁਸੀਂ ਫੋਕਲ ਪੁਆਇੰਟ ਬਾਤ ਕਰੋ ਨਾ, ਜਿੱਥੇ ਇੰਡਸਟਰੀ ਵਾਸਤੇ ਜ਼ਮੀਨਾਂ ਪਹਿਲਾਂ ਹੀ ਰਿਕਵਾਇਰ ਕੀਤੀਆਂ ਹੋਈਆਂ, ਸੋ ਜੰਗਲ ਅਸੀਂ ਨਹੀਂ ਹੋਣ ਦੇਣੇ। ਪਹਿਲਾਂ ਮਾਈਨਿੰਗ ਚੱਲਦੀ ਹੁੰਦੀ ਸੀ, ਹੁਣ ਮਾਈਨਿੰਗ ਦਾ ਨਾਮ ਇਹਨਾਂ ਨੇ ਡੀਸਿਲਟਿੰਗ ਕਰਤਾ। ਜਦ ਤੱਕ ਤੁਹਾਡੇ ਕੋਲ ਸੱਤਾ ਨਹੀਂ ਸੀਗੀ ਤੁਸੀਂ ਬਹੁਤ ਚੀਕਾਂ ਮਾਰਦੇ ਸੀ ਜੀ ਪੰਜਾਬ ਤਬਾਹ ਹੋ ਜਾਊਗਾ, ਇਹ ਸਭ ਕੁਝ ਭੁੱਲ ਗਏ ਤੁਸੀਂ। ਇੰਡਸਟਰੀ ਵਾਸਤੇ ਤਾਂ ਮੰਡੀ ਗੋਬਿੰਦਗੜ੍ਹ ਪਹਿਲਾਂ ਹੀ ਪਈ ਹੈ ਖਾਲੀ, ਉਹਨੂੰ ਰਿਵਾਈਵ ਕਰ ਲਓ। ਜਾਂ ਤਾਂ ਤੁਹਾਨੂੰ ਕਿਸੇ ਨੇ ਹਾਈਜੈਕ ਕਰ ਲਿਆ ਜਾਂ ਫਿਰ ਉਹ ਵਿਚਾਰੇ ਦੇ ਹੱਥ 'ਚ ਹੀ ਕੱਖ ਨਹੀਂ ਹੈਗਾ ਵੀ ਉਹ ਕੁਝ ਬੋਲ ਹੀ ਨਹੀਂ ਸਕਦਾ। ਹੁਣ ਇਹੀ ਦਰਿਆ ਸੀਗੇ, ਇਹਨਾਂ ਨੇ ਤੁਹਾਨੂੰ ਪਾਲਣਾ ਸੀਗਾ, ਇਹੀ ਪੰਜਾਬ ਦੀ ਉਪਜਾਊ ਜ਼ਮੀਨ ਲਈ ਜ਼ਿੰਮੇਵਾਰ ਹਨ। ਜੇ ਇਹੀ ਸੋਮੇ ਖਤਮ ਹੋ ਗਏ ਤਾਂ ਤੁਹਾਨੂੰ ਪਾਣੀ ਕਿੱਥੋਂ ਮਿਲੂਗਾ? ਜਾਂ ਤਾਂ ਤੁਸੀਂ ਉਦੋਂ ਗਲਤ ਹੋਵੋਗੇ ਜਾਂ ਤੁਸੀਂ ਹੁਣ ਗਲਤ ਹੈ, ਜਾਂ ਤੁਸੀਂ ਸਿਰਫ ਸੱਤਾ ਦੇ ਲਾਲਚ 'ਚ ਇਹ ਚੀਕਾਂ ਮਾਰਦੇ ਸੀਗੇ। 2-3 ਦਿਨ ਦਾ ਕੁਝ ਸਾਡੇ ਮੀਡੀਆ ਵਾਲੇ ਭਰਾ ਵੀ ਪ੍ਰਚਾਰ ਕਰਦੇ ਪਏ ਜੀ ਇੱਦਾਂ ਨਹੀਂ ਹੋਊਗਾ, ਜਦ ਕਿ ਉਹਨਾਂ ਨੇ ਗਰਾਊਂਡ ਤੇ ਆ ਕੇ ਰਿਪੋਰਟ ਵੀ ਕੀਤੀ ਹੈ, ਸਭ ਕੁਝ ਪਤਾ ਵੀ ਆ ਉਹਨਾਂ ਨੂੰ ਵੀ ਕੀ ਹੋ ਰਿਹਾ। ਹੁਣ ਪਹਿਲਾਂ ਕਹਿੰਦੇ ਸੀ ਗੋਦੀ ਮੀਡੀਆ, ਹਿੰਦੀ ਮੀਡੀਆ ਗੋਦੀ ਮੀਡੀਆ ਬਣ ਗਈ, ਹੁਣ ਤੇ ਪੰਜਾਬੀ ਮੀਡੀਆ ਕੇਜੀ ਮੀਡੀਆ ਬਣ ਗਈ। ਹੁਣ ਜੇ ਕਹਿ ਰਿਹਾ ਇੱਥੇ ਆਣੀ ਵੀ ਟੈਕਸਟਾਈਲ ਹੈ ਤੇ ਡਾਈਂਗ ਆਣੀ ਹੈ, ਹੁਣ ਜੇ ਕਹਿ ਰਹੇ ਆ ਵੀ ਅਸੀਂ ਜ਼ੀਰੋ ਡਿਸਚਾਰਜ ਕਰਾਂਗੇ, ਇਹ ਹੋ ਹੀ ਨਹੀਂ ਸਕਦਾ। ਇਹ ਤਾਂ ਬਿਲਕੁਲ ਮੁਨਾਫਾਖੋਰੀ ਤੇ ਆ ਗਏ ਆ ਵੀ ਦੇਖ ਲਿਆ ਵੀ ਜੋ ਕੁਝ ਬਚਿਆ ਪੰਜਾਬ 'ਚ ਉਹ ਲੁਟਾ ਦਈਏ। ਤੋ ਜੋ ਕੁਝ ਬਚਿਆ ਹੋਇਆ ਉਹ ਆਹੀ ਸੀਗਾ ਪੰਜਾਬ ਦੇ ਵਿੱਚ। ਹੁਣ ਜਿੱਥੇ ਛੋਟੇ ਛੋਟੇ ਜੰਗਲ ਬਚੇ ਵੀ ਹੋਏ ਆ ਤੇ ਉਹ ਵੀ ਤੁਸੀਂ ਇੰਡਸਟਰੀ ਨੂੰ ਦੇ ਰਹੇ ਹੋ। ਤੋਂ ਅਗਲੇ ਜਿਹੜਾ ਇਲਾਕਾ ਹੈ ਮਾਲਵੇ ਦਾ, ਜਿਹੜਾ 1 ਕਰੋੜ ਲੋਕ ਇੱਥੇ ਪਾਣੀ ਪੀਂਦੇ ਆ, ਉਹਨਾਂ ਲਈ ਸਰਕਾਰ ਬਿਮਾਰੀਆਂ ਉਹਨਾਂ ਨੂੰ ਤੋਹਫੇ ਵਿੱਚ ਦੇ ਰਹੀ ਆ। ਸੰਤ ਸਿੰਘ ਮਸਕੀਨ ਕਹਿੰਦੇ ਆ ਕਿ ਕਿਸੇ ਨੂੰ ਕਿਸੇ ਦੀ ਇਮਾਨਦਾਰੀ ਪਰਖਣੀ ਹੋਵੇ ਤਾਂ ਉਹਨੂੰ ਸੱਤਾ ਦੇ ਕੇ ਦੇਖੋ, ਕਿਉਂਕਿ ਸੱਤਾ ਤਾਕਤ ਤੋਂ ਬਿਨਾਂ ਸਾਰੇ ਇਮਾਨਦਾਰ ਹੁੰਦੇ ਆ। ਖਾਸ ਕਰਕੇ ਪੋਲੀਟੀਕਲ ਪਾਰਟੀਆਂ ਦੋਗਲੀਆਂ ਹੁੰਦੀਆਂ। ਦੋਗਲੀਆਂ ਇਸ ਲਈ ਹੁੰਦੀਆਂ ਕਿ ਜਦੋਂ ਤਾਂ ਉਹ ਹੁਣ ਵਿਰੋਧੀ ਧਿਰ ਦੇ ਵਿੱਚ ਤਾਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਹੜੇ ਦਰਦ ਲੋਕਾਂ ਦੇ ਉਹ ਸਾਡੇ ਆ, ਅਸੀਂ ਲੋਕਾਂ ਦੇ ਵੱਧ ਦਰਦ ਉਠਾ ਸਕਦੇ ਹਾਂ, ਸਾਨੂੰ ਪਤਾ ਮਸਲਿਆਂ ਦਾ। ਪਰ ਜਦੋਂ ਹੀ ਕੁਰਸੀ ਥੱਲੇ ਆ ਜਾਂਦੀ ਹੈ, ਉਹ ਕੁਰਸੀ ਦੇ ਵਿੱਚ ਪਤਾ ਨਹੀਂ ਅਜਿਹਾ ਕੀ ਹੁੰਦਾ ਹੈ ਕਿ ਫਿਰ ਉਹ ਸਾਰੇ ਮਸਲੇ ਭੁੱਲ ਜਾਂਦੇ ਆ, ਫਿਰ ਉਹ ਸਾਰੀਆਂ ਸਮੱਸਿਆਵਾਂ ਭੁੱਲ ਜਾਂਦੀਆਂ ਤੇ ਉਹ ਫਿਰ ਉਸੇ ਹੀ ਰਾਹ ਚੱਲ ਪੈਂਦੇ ਜਿੱਥੇ ਪਹਿਲਾਂ ਵਾਲੀ ਸੱਤਾ ਧਿਰ ਚੱਲ ਰਹੀ ਹੁੰਦੀ ਹੈ। ਮੈਂ ਗੱਲ ਕਰਦਾ ਆਮ ਆਦਮੀ ਪਾਰਟੀ ਦੀ। ਆਮ ਆਦਮੀ ਪਾਰਟੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੀ ਇੰਨੀ ਹਤਾਸ਼ੀ ਸੀ, ਇੰਨੇ ਮੁੱਦਿਆਂ ਦੇ ਉੱਤੇ ਉਹ ਪੰਜਾਬ ਦੇ, ਤੇ ਉਹਨੂੰ ਲੱਗਦਾ ਸੀ ਕਿ ਅਸੀਂ ਹੱਲ ਕਰਾਂਗੇ। ਵਾਤਾਵਰਨ ਦਾ ਹੋਵੇ, ਲੋਕਾਂ ਦੇ ਰਹਿਣ ਸਹਿਣ ਦਾ ਹੋਵੇ, ਲੋਕਾਂ ਦੇ ਕਾਰੋਬਾਰ ਦਾ ਹੋਵੇ, ਆਮ ਆਦਮੀ ਪਾਰਟੀ ਸਭ ਤੋਂ ਜ਼ਿਆਦਾ ਜਿਹੜੀ ਹੈ ਉਹ ਇਸ ਚੀਜ਼ ਦੇ ਉੱਤੇ ਗੱਲ ਕਰਦੀ ਸੀ। ਵਾਤਾਵਰਨ ਨੂੰ ਲੈ ਕੇ ਤਾਂ ਜੋ ਵੱਡੀ ਗੱਲ ਇਸ ਵਕਤ ਉੱਭਰ ਰਹੀ ਹੈ ਉਹ ਮੱਤੇਵਾੜਾ ਦੇ ਜੰਗਲ ਦੀ ਹੈ ਕਿ ਮੱਤੇਵਾੜਾ ਦਾ ਜੰਗਲ ਜੇ ਕੱਟਿਆ ਜਾਂਦਾ, ਜੇ ਮੱਤੇਵਾੜਾ ਦੇ ਜੰਗਲ ਦੇ ਵਿੱਚ ਇੰਡਸਟਰੀ ਆਉਂਦੀ ਹੈ ਤਾਂ ਮੱਤੇਵਾੜੇ ਦਾ ਜੰਗਲ ਦਾ ਨੁਕਸਾਨ ਹੋਵੇਗਾ, ਨਾਲ ਪੈਂਦੇ ਸਤਲੁਜ ਦਾ ਨੁਕਸਾਨ ਹੋਵੇਗਾ ਤੇ ਵੱਡੇ ਪੱਧਰ ਦੇ ਉੱਤੇ ਤਬਾਹੀ ਹੋਵੇਗੀ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਵਿਰੋਧੀ ਧਿਰ ਦੇ ਵਿੱਚ ਸੀ ਤਾਂ ਉਦੋਂ ਕਹਿੰਦੇ ਰਹੇ ਆ ਜੀ ਅਸੀਂ ਇਹ ਮਤਾ ਜਦੋਂ ਸਰਕਾਰ ਆ ਗਈ ਇਹਦੇ ਖਿਲਾਫ ਪਾ ਦਿਆਂਗੇ, ਅਸੀਂ ਇੱਥੇ ਜੰਗਲ ਲੱਗਣ ਹੀ ਨਹੀਂ ਦੇਣਾ। ਕੁਲਤਾਰ ਸਿੰਘ ਸੰਧਵਾ ਜੋ ਸਪੀਕਰ ਹੈ ਉਹ ਹਰ ਦਿਨ ਕਿਸੇ ਨਾ ਕਿਸੇ ਸਤਲੁਜ ਦੇ ਕੰਢੇ ਤੇ ਖੜੇ ਦਿਖਾਈ ਦਿੰਦੇ ਹੁੰਦੇ ਸੀ ਕਿ ਅਸੀਂ ਪਾਣੀ ਦਾ ਉਜਾੜਾ ਨਹੀਂ ਹੋਣ ਦੇਣਾ, ਅਸੀਂ ਜੰਗਲ ਦਾ ਉਜਾੜਾ ਨਹੀਂ ਹੋਣ ਦੇਣਾ। ਸਰਬਜੀਤ ਕੌਰ ਮਾਣੂਕੇ ਜੋ ਕਿ ਵੱਡੇ ਲੀਡਰ ਨੇ ਆਮ ਆਦਮੀ ਪਾਰਟੀ ਦੇ, ਉਹ ਵੀ ਬੜੇ ਵੱਡੇ ਤਰੀਕੇ ਦੇ ਨਾਲ ਦੇਖੋ ਜੀ ਇਹ ਸਰਕਾਰਾਂ ਦੀਆਂ ਨੀਤੀਆਂ ਅਜਿਹੀਆਂ ਅਸੀਂ ਤਾਂ ਐਂ ਕਰ ਦਿਆਂਗੇ, ਪਰ ਹੁਣ ਸੱਤਾ ਦੇ ਵਿੱਚ ਹੈ, ਮੂੰਹ 'ਚ ਘੁੰਗਣੀਆਂ ਪਈਆਂ ਹੋਈਆਂ, ਚੁੱਪ ਬੈਠੇ ਆ ਤੇ ਮੱਤੇਵਾੜਾ ਜੰਗਲ ਦਾ ਮਤਾ ਪਾਸ ਕਰ ਦਿੱਤਾ ਗਿਆ। ਮੱਤੇਵਾੜਾ ਜੰਗਲ ਦਾ ਅਸਲ ਮਸਲਾ ਕੀ ਹੈ, ਕਿੰਨੀ ਤਬਾਹੀ ਹੋਵੇਗੀ, ਕੀ ਜੰਗਲ ਕਿੰਨੇ ਵੱਡੇ ਪੱਧਰ ਤੇ ਜੰਗਲ ਕੱਟਿਆ ਜਾਵੇਗਾ ਜਾਂ ਨਹੀਂ ਕੱਟਿਆ ਜਾਵੇਗਾ ਜਿਵੇਂ ਭਗਵੰਤ ਮਾਨ ਕਹਿੰਦੇ ਆ, ਹੋਰ ਕੀ ਕਾਰਨ ਰਹਿਣਗੇ। ਸਾਡੇ ਨਾਲ ਵੀਰ ਗੰਗਵੀਰ ਠੌਰ ਨੇ, ਗੱਲਬਾਤ ਕਰਦੇ ਆ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਮੱਤੇਵਾੜਾ ਜੰਗਲ ਸਭ ਤੋਂ ਪਹਿਲਾਂ ਤਾਂ ਇਹ ਸਮਝਾਇਆ ਜਾਵੇ ਕਿ ਕਿਉਂਕਿ ਬਹੁਤੇ ਲੋਕਾਂ ਨੇ ਸੁਣਿਆ, ਅਸੀਂ ਤਾਂ ਆ ਕੇ ਦੇਖਿਆ ਤੁਸੀਂ ਇਹਦੀ ਲੜਾਈ ਲੜ ਰਹੇ ਹੋ, ਬਹੁਤੇ ਲੋਕਾਂ ਨੂੰ ਇਹੀ ਨਹੀਂ ਪਤਾ ਕਿ ਇਹ ਜੰਗਲ ਅਸਲ ਦੇ ਵਿੱਚ ਹੈ ਕੀ ਚੀਜ਼, ਇਹਦਾ ਨੁਕਸਾਨ ਕਿਸ ਤਰੀਕੇ ਦਾ ਹੋਣਾ ਤੇ ਇਹਦੀ ਨੁਕਸਾਨ ਜਿਹੜੀ ਤੁਸੀਂ ਕਹਿ ਰਹੇ ਆ, ਆਪਾਂ ਕਹਿ ਰਹੇ ਨੁਕਸਾਨ, ਇਹਦੀ ਜੜ ਅਸਲ ਕਦੋਂ ਵੱਜੀ ਸੀ, ਵੀ ਇਹਦੀ ਗੱਲਬਾਤ ਕਦੋਂ ਛਿੜਪੀ ਸੀ ਵੀ ਇਹਦਾ ਭਾਈ ਇਹਨੂੰ ਹੁਣ ਖਤਮ ਕਰਕੇ ਤੇ ਇੱਥੇ ਇੰਡਸਟਰੀ ਲਾਉਣੀ। ਦੇਖੋ
ਲੋਕਾਂ ਨੂੰ ਨਾ, ਆਮ ਲੋਕਾਂ ਨੂੰ ਇਹੀ ਲੱਗਦਾ ਵੀ ਜਿੱਥੇ ਜੰਗਲ ਹੈ ਹਾਂਜੀ ਵੀ ਸਿਰਫ ਜੰਗਲ ਏਰੀਆ ਉਹੀ ਹੈ। ਹਾਂਜੀ ਐਕਚੁਅਲ 'ਚ ਇਹ ਮੱਤੇਆੜਾ ਜੰਗਲ ਜ਼ੋਨ ਹੈ। ਜੀ ਇੱਕ ਜੰਗਲ ਹੈ, ਉਸ ਤੋਂ ਬਾਅਦ ਨੋ ਕੰਸਟਰਕਸ਼ਨ ਜ਼ੋਨ ਹੈ ਜੀ ਵੀ ਉੱਥੇ ਕੋਈ ਕੰਸਟਰਕਸ਼ਨ ਨਹੀਂ ਹੋ ਸਕਦੀ ਜੀ ਜਾਂ ਕਿਸੇ ਤਰ੍ਹਾਂ ਦੀ ਸਨਅਤ ਨਹੀਂ ਲੱਗ ਸਕਦੀ। ਜੀ ਸੋ ਜਿੱਥੇ ਇੰਡਸਟਰੀ ਲੱਗਣ ਜਾ ਰਹੀ ਹੈ ਹਾਂਜੀ ਇਹ ਉਹ ਨੋ ਕੰਸਟਰਕਸ਼ਨ ਜ਼ੋਨ ਹੈ ਜੀ। ਜਿਹੜਾ ਲੁਧਿਆਣਾ ਦੇ ਮਾਸਟਰ ਪਲਾਨ ਦੇ ਵਿੱਚ ਬੋਲਦਾ ਪਿਆ ਹੈ ਵੀ ਇਹਦੀ ਉਹਦਾ ਕਾਰਨ ਵੀ ਉਹਨਾਂ ਨੇ ਬਾਇਓਡਾਇਵਰਸਿਟੀ ਰੱਖਿਆ ਸੀਗਾ ਵੀ ਬਾਇਓਡਾਇਵਰਸਿਟੀ ਨੂੰ ਖਤਰਾ ਹੋ ਜਾਊਗਾ ਵੀ ਜੇ ਇੱਥੇ ਇੰਡਸਟਰੀ ਲੱਗ ਰਹੀ ਹੈ। ਜੀ 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 ਹੁਣ ਇਹ ਚੀਜ਼ ਇਸ ਤਰ੍ਹਾਂ ਸੀਗੀ ਵੀ ਇਹ ਜ਼ਮੀਨਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੋਲ ਸੀਗੀਆਂ, ਕੁਝ ਗੜਵਾਸੂ ਕੋਲ ਸੀਗੀਆਂ ਜੀ ਤੇ ਕੁਝ ਜ਼ਮੀਨ ਸਿੱਖੋਵਾਲ ਪਿੰਡ ਕੋਲ ਸੀਗੀ। ਜੀ ਤਕਰੀਬਨ ਉਹਨਾਂ ਕੋਲ ਸੀਗੀ 500 ਕਿੱਲਾ ਜ਼ਮੀਨ ਸੀਗੀ ਜੀ ਤੇ ਜਿਹਦੇ ਵਿੱਚ 60 ਕੁ ਕਿੱਲਾ ਉਹਨਾਂ ਦੀ ਦਰਿਆ 'ਚ ਸੀਗੀ। ਤੇ ਉਹ ਸਾਰੀ ਜ਼ਮੀਨਾਂ ਤੇ ਸੁਖਬੀਰ ਸਿੰਘ ਬਾਦਲ ਜਦੋਂ ਸੱਤਾ 'ਚ ਸੀ, ਅਕਾਲੀ ਦਲ ਦੀ ਸੱਤਾ ਸੀ, ਉਹ ਸਭ ਤੋਂ ਪਹਿਲਾਂ ਘੋੜ-ਦੌੜ ਫਾਰਮ ਦੀ ਇੱਥੇ ਬਣਾਉਣਾ ਚਾਹੁੰਦੇ ਸੀਗੇ। ਠੀਕ ਹੈ ਜੀ ਤੇ ਉਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਲੈ ਕੇ ਕਾਂਗਰਸੀਆਂ ਨੇ ਵਿਰੋਧ ਕੀਤਾ ਸੀ, ਅਸੀਂ ਖੁਦ ਵਿਰੋਧ ਕੀਤਾ ਸੀ, ਵਾਤਾਵਰਣ ਪ੍ਰੇਮੀਆਂ ਸਾਰਿਆਂ ਨੇ ਵਿਰੋਧ ਕੀਤਾ ਸੀ ਵੀ ਇੱਥੇ ਨਾਲ ਇਹਦੀ ਬਾਇਓਡਾਇਵਰਸਿਟੀ ਤੇ ਫਰਕ ਪੈ ਸਕਦਾ ਹੈ ਤੇ ਈਵਨ ਇੱਥੇ ਕੱਲ੍ਹ ਨੂੰ ਰੀਅਲ ਅਸਟੇਟ ਤੇ ਮਨੁੱਖੀ ਦਬਾਅ ਵੱਧ ਜਾਊਗਾ ਤਾਂ ਜੰਗਲ ਦੀ ਹੋਂਦ ਨੂੰ ਖਤਰਾ ਹੋਊਗਾ। ਅਕਾਲੀ ਸਰਕਾਰ ਨੇ ਫੈਸਲਾ ਰੱਦ ਕਰ ਲਿਆ ਸੀਗਾ। ਫਿਰ ਕੈਪਟਨ ਸਰਕਾਰ ਆਈ, ਕੈਪਟਨ ਸਰਕਾਰ ਨੇ ਇਹਦੇ ਵਿੱਚ ਇਹ ਦੇਖ ਲਿਆ ਵੀ ਇਹ ਜਗ੍ਹਾ ਖਾਲੀ ਹੈ ਤੇ ਉਹਨਾਂ ਨੇ ਇੱਕ ਕਾਨੂੰਨ ਲਿਆਂਦਾ ਸੀਗਾ ਵੀ ਪੰਚਾਇਤ ਦੀਆਂ ਜ਼ਮੀਨਾਂ ਅਸੀਂ ਸਨਅਤ ਨੂੰ ਦੇਵਾਂਗੇ। ਜੀ ਉਤੋਂ ਸਭ ਤੋਂ ਪਹਿਲਾਂ ਉਹਨਾਂ ਨੇ ਇਹੀ ਜ਼ਮੀਨਾਂ ਤੇ ਅੱਖ ਰੱਖ ਲਈ ਜੀ ਜਿਸ ਚੀਜ਼ ਦਾ ਉਹ ਅਕਾਲੀਆਂ ਦੇ ਖਿਲਾਫ ਵਿਰੋਧ ਕਰਦੇ ਸੀ। ਇੱਥੇ ਉਹਨਾਂ ਨੇ 1000 ਏਕੜ ਦੀ ਸਨਅਤੀ ਜ਼ੋਨ ਬਣਾਉਣ ਦਾ ਐਲਾਨ ਕਰ ਦਿੱਤਾ ਤੇ ਜ਼ਮੀਨ ਐਕਵਾਇਰ ਕਰ ਲਈ। ਜੀ ਉਸ ਵੇਲੇ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਵਿੱਚ ਸੀ, ਇੱਥੇ ਪੂਰਾ ਇਲਾਕਾ ਵਿਰੋਧ ਕਰ ਰਿਹਾ ਸੀ, ਪਿੰਡ ਵਿਰੋਧ ਕਰਦਾ ਸੀਗਾ, ਇੱਥੇ ਲੁਧਿਆਣਾ ਸ਼ਹਿਰ ਦੀਆਂ NGOs ਵਿਰੋਧ ਕਰ ਰਹੇ ਸੀ, ਹੋਰ ਸਟੂਡੈਂਟ ਜਥੇਬੰਦੀਆਂ ਵਿਰੋਧ ਕਰਦੀਆਂ ਸੀਗੀਆਂ। ਤਾਂ ਆਮ ਆਦਮੀ ਪਾਰਟੀ ਵੀ ਉਸ ਵੇਲੇ ਵਿਰੋਧੀ ਧਿਰ ਹੋਣ ਦੇ ਨਾਤੇ ਇਸ ਲੜਾਈ ਦੇ ਵਿੱਚ ਹਿੱਸਾ ਬਣ ਗਈ ਤੇ ਉਦੋਂ ਭਗਵੰਤ ਮਾਨ ਸਾਹਿਬ ਉਹਨਾਂ ਨੇ ਬਿਆਨ ਦਿੱਤੇ ਸੀ ਵੀ ਅਸੀਂ ਇੱਥੇ ਦਾ ਉਜਾੜਾ ਨਹੀਂ ਹੋਣ ਦੇਵਾਂਗੇ, ਇਸ ਏਰੀਏ ਨੂੰ ਨੋ ਕੰਸਟਰਕਸ਼ਨ ਜ਼ੋਨ ਹੀ ਰਹਿਣ ਦੇਵਾਂਗੇ, ਇਹਦੀ ਜਗ੍ਹਾ ਸਰਕਾਰ ਨੂੰ ਜੇ ਜ਼ਮੀਨਾਂ ਚਾਹੀਦੀਆਂ ਮੰਡੀ ਗੋਬਿੰਦਗੜ੍ਹ, ਰਾਜਪੁਰਾ ਜਾਂ ਰਾਜਕੋਟ ਵਰਗੀ ਜਗ੍ਹਾ ਤੇ ਲੈ ਲਓ ਜਿੱਥੇ ਜ਼ਮੀਨਾਂ ਪਹਿਲੀ ਅਵੇਲੇਬਲ ਹੈ। ਤੇ ਉਸ ਵੇਲੇ ਇਹਨਾਂ ਨੇ ਬੀਬੀ ਸਰਬਜੀਤ ਕੌਰ ਮਨੂਕੇ ਆਏ ਸੀ ਇੱਥੇ ਪਿੰਡ ਸਿੱਖੋਵਾਲ ਦੇ ਵਿੱਚ ਤੇ ਉੱਥੇ ਇੱਕ ਗ੍ਰਾਮ ਸਭਾ ਦਾ ਮਤਾ ਪਿਆ ਸੀਗਾ। ਸਰਕਾਰ ਨੇ ਕੀ ਕੀਤਾ, ਪੰਚਾਇਤ ਦੇ ਕੋਲੋਂ ਧੱਕੇ ਨਾਲ ਜ਼ਮੀਨ ਐਕਵਾਇਰ ਕਰਨ ਦਾ ਉਹ ਕਰ ਲਿਆ ਮਤਾ, ਉਹਨਾਂ ਦੇ ਖਾਤੇ 'ਚ ਰਜਿਸਟਰੀ ਹੋਣ ਤੋਂ ਪਹਿਲਾਂ ਹੀ ਐਡਵਾਂਸ 'ਚ ਪੈਸੇ ਦੇ ਦਿੱਤੇ ਤੇ ਰਾਤ ਨੂੰ ਜਾ ਕੇ 7:30 ਵਜੇ ਤੁਸੀਂ ਦੇਖ ਲਓ ਤਹਿਸੀਲ ਦਫ਼ਤਰ 5 ਵਜੇ ਬੰਦ ਹੋ ਜਾਂਦੇ ਆਮ, ਉਹ 416 ਕਿੱਲਿਆਂ ਦੀ ਰਜਿਸਟਰੀ ਕਰਵਾ ਲਈ। ਉਹ ਸਰਪੰਚ ਨੇ ਕਿਹਾ ਸੀ ਮੈਨੂੰ ਦਬਾਅ ਪਾਇਆ। ਉਹ ਪਿੰਡ ਵਿਚਾਰਾ ਬਿਲਕੁਲ ਹੀ ਪੰਚਾਇਤੀ ਜ਼ਮੀਨ ਤੇ ਬੈਠਾ ਤੇ ਦਲਿਤ ਕਿਸਾਨਾਂ ਦੀ ਜ਼ਮੀਨ ਹੈ ਉਹ। ਤੇ ਉਸ ਵੇਲੇ ਬਾਕੀ ਇਹਨਾਂ ਨੇ ਬੋਲਿਆ ਵੀ ਅਸੀਂ ਇਹ ਰੱਦ ਕਰ ਦਾਂਗੇ ਵੀ ਪੰਚਾਇਤ ਦੀ ਜਿਹੜੀ ਕਿ ਜ਼ਮੀਨ ਉਹਨਾਂ ਨੇ 36 ਸਾਲ ਕੇਸ ਕਰਕੇ ਮਤਲਬ ਜਿੱਤਿਆ ਸੀਗਾ, ਪੰਚਾਇਤੀ ਜ਼ਮੀਨ ਕਰਵਾਈ ਸੀਗੀ। ਤਾਂ ਉਦੋਂ ਇਹ ਸਾਰੇ ਆਮ ਆਦਮੀ ਪਾਰਟੀ ਦੇ ਈਵਨ ਕੁਛ ਇੱਕ ਕਾਂਗਰਸ ਦੇ ਵਿੱਚ ਵੀ ਪ੍ਰਗਟ ਸਿੰਘ ਵਰਗੇ ਆਏ ਸੀਗੇ ਤੇ ਉਹਨਾਂ ਨੇ ਕਿਹਾ ਸੀਗਾ ਵੀ ਇਹ ਪ੍ਰੋਜੈਕਟ ਜਿਹੜਾ ਇਸ ਪੂਰੇ ਖਿੱਤੇ ਦੇ ਲਈ ਨਾ ਖਤਰਨਾਕ ਹੈ ਵੀ ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਵੀ ਇਹ ਇੱਥੋਂ ਹੋਰ ਜਗ੍ਹਾ ਤਬਦੀਲ ਕਰ ਲਵੇ। ਲੋਕਾਂ ਨੂੰ ਵਿਰੋਧ ਦੇਖਦੇ ਹੋਏ ਸਰਕਾਰ ਨੇ ਜਿਹੜੀ ਉਹਦੀ ਰਫ਼ਤਾਰ ਸੀਗੀ ਢਿੱਲੀ ਕਰ ਦਿੱਤੀ ਸੀ ਤੇ ਉਹ ਕੁਛ ਦੇਰ ਲਈ ਚੁੱਪ ਹੋ ਗਏ ਸੀ। ਪਰ ਜਦੋਂ ਹੁਣ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਤਾਂ ਇਹਨਾਂ ਨੇ ਉਹੀ ਪ੍ਰੋਜੈਕਟ ਨੂੰ ਰਿਵਾਈਵ ਕਰਤਾ ਵੀ ਅਸੀਂ ਇੱਥੇ ਸਨਅਤ ਲਗਾਵਾਂਗੇ। ਉਹਦੇ ਵਿੱਚ ਹੁਣ ਭਗਵੰਤ ਮਾਨ ਸਾਹਿਬ ਆਪਣੀ ਗੱਲ ਕਹੀ ਤੋਂ ਹੀ ਮੁੱਕਰ ਗਏ ਹੈ। ਉਹ ਕਹਿੰਦੇ ਵੀ ਜੰਗਲ ਕੱਟਿਆ ਨਹੀਂ ਜਾ ਰਿਹਾ। ਇਹ ਬਿਲਕੁਲ ਇਹੀ ਗੱਲ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਸੀ, ਸੱਚੀ ਗੱਲ ਕਰ ਰਹੇ ਵੀ ਉਹ ਜੰਗਲ ਦੇ ਬਿਲਕੁਲ ਨਾਲ ਲੱਗਦੀ ਜ਼ਮੀਨ ਹੈ। ਤੇ ਹੁਣ ਇੱਥੇ ਸਵਾਲ ਇਹ ਹੈ ਵੀ ਜਦੋਂ ਭਗਵੰਤ ਮਾਨ ਸਾਹਿਬ ਨੂੰ ਇਹ ਸਾਰੀ ਗੱਲ ਦਾ ਪਤਾ ਹੈ ਵੀ ਜ਼ਮੀਨ ਕਿਹੜੀ ਹੈ, ਜਾਂ ਤਾਂ ਦੱਸੋ ਵੀ ਸੱਤਾ 'ਚ ਆਉਣ ਤੋਂ ਬਾਅਦ ਇਹਨਾਂ ਨੇ ਉਹਦੇ ਮਾਸਟਰ ਪਲਾਨ ਦੇ ਵਿੱਚ ਕੋਈ ਚੇਂਜ ਕੀਤਾ, ਕੋਈ ਹੋਰ ਜ਼ਮੀਨ ਦੇਖੀ ਹੈ। ਜਦ ਉਹ ਆਪਣੀ ਹੀ ਕਈ ਗੱਲ ਦੇ ਉਲਟ ਹੁਣ ਇਸ ਗੱਲ ਦੇ ਹੱਕ 'ਚ ਆ ਗਏ ਹੈ ਸਨਅਤੀ ਪ੍ਰੋਜੈਕਟ ਦੇ, ਤਾਂ ਉਹ ਦੱਸਣ ਉਹਨਾਂ ਦਾ ਬੇਸਿਸ ਕੀ ਹੈ, ਜਾਂ ਉਹ ਪਹਿਲਾਂ ਗਲਤ ਸੀ ਜਾਂ ਹੁਣ ਗਲਤ ਹੈ। ਉਹ ਪੰਜਾਬ ਵਿਧਾਨ ਸਭਾ 'ਚ ਆਪਣਾ ਪੱਖ ਰੱਖਣ। ਇੱਥੇ ਸਰਬਜੀਤ ਕੌਰ ਮਨੂਕੇ ਜੀ ਆ ਰੋਂਦੇ ਰਹੇ ਜੀ ਆ ਕਿਸਾਨ ਕਿੱਥੇ ਜਾਣਗੇ, ਮਜ਼ਦੂਰ ਕਿੱਥੇ ਜਾਣਗੇ, ਸੰਧਵਾ ਸਾਹਿਬ ਪਿੱਟਦੇ ਰਹੇ ਵੀ ਇਹ ਤਾਂ ਬਹੁਤ ਵੱਡਾ ਉਜਾੜਾ ਹੋ ਰਿਹਾ। ਤੇ ਆਹ ਦੇਖ ਲਓ ਆਹ ਦਰਿਆ ਚੱਲਦਾ ਪਿਆ, ਦੂਜੇ ਪਾਸੇ ਆ ਸਨਅਤੀ ਪ੍ਰੋਜੈਕਟ ਦੀ ਜ਼ਮੀਨ ਹੈ। ਹੁਣ ਜੇ ਕਹਿ ਰਹੇ ਆ ਇੱਥੇ ਆਣੀ ਵੀ ਟੈਕਸਟਾਈਲ ਹੈ ਤੇ ਡਾਈਂਗ ਆਣੀ ਹੈ, ਹੁਣ ਜੇ ਕਹਿ ਰਹੇ ਆ ਵੀ ਅਸੀਂ ਜ਼ੀਰੋ ਡਿਸਚਾਰਜ ਕਰਾਂਗੇ, ਇਹ ਹੋ ਹੀ ਨਹੀਂ ਸਕਦਾ। ਤੁਸੀਂ ਪੰਜਾਬ ਦੇ ਵਿੱਚ ਜਿੱਥੇ ਵੀ ਟੈਕਸਟਾਈਲ ਪਾਰਕ ਲੱਗੀ ਹੈ
ਉੱਥੇ ਦੇ ਆਸੇ-ਪਾਸੇ ਤੇ 5 ਪਿੰਡਾਂ ਦਾ ਤੁਸੀਂ ਸਰਵੇ ਕਰ ਲਓ, ਉੱਥੇ ਦੇ ਪਾਣੀ ਦਾ ਲੈਵਲ ਚੈੱਕ ਕਰ ਲਓ, ਪਾਣੀ ਦਾ ਕੁਆਲਿਟੀ ਚੈੱਕ ਕਰ ਲਓ ਤੇ ਪਤਾ ਲੱਗ ਜੂਗਾ ਵੀ ਅਸਲ ਗੱਲ ਕੀ ਹੋ ਰਹੀ ਹੈ। ਇਹਨਾਂ ਨੇ ਕਾਗਜ਼ਾਂ ਦੇ ਵਿੱਚ ਤਾਂ ਸਾਰੇ ਨੋਰਮਸ ਪੂਰੇ ਕਰ ਦੇਣੇ ਆ ਜੀ, ਪਰ ਇਹਦੇ ਨਾਲ ਕੀ ਆ ਜਾਣਾ ਵੀ ਇਹ ਸਤਲੁਜ ਦਾ ਜਿਹੜਾ ਫਲੱਡ ਖੇਤਰ ਹੈ ਉਹਦੇ ਤੇ ਬਹੁਤ ਵੱਡਾ ਦਬਾਅ ਪੈ ਜਾਣਾ, ਮਨੁੱਖੀ ਦਖਲਅੰਦਾਜ਼ੀ ਇੱਥੇ ਵੱਧ ਜਾਣੀ ਹੈ ਤਾਂ ਹੌਲੀ ਹੌਲੀ ਜੰਗਲ ਤੇ ਅਸਰ ਪੈਣਾ ਹੀ ਪੈਣਾ ਹੈ। ਉਹ ਚਾਹੇ 10 ਸਾਲ 'ਚ ਪੈ ਜਾਵੇ, ਉਹ ਚਾਹੇ 20 ਸਾਲ 'ਚ ਪੈ ਜਾਵੇ। ਤੁਸੀਂ ਇਹ ਦੇਖ ਲਓ ਵੀ ਆ ਜਿਹੜਾ ਇੱਕ ਵੇਲੇ ਰੋਪੜ ਜਿਹੜਾ ਹੈ, ਰੋਪੜ ਤੋਂ ਲੈ ਕੇ ਆ ਮਾਛੀਵਾੜੇ ਆ ਜੰਗਲੀ ਏਰੀਆ ਸੀਗਾ, ਹੁਣ ਵੀ ਇੱਥੇ ਜੰਗਲ ਤਾਂ ਖਤਮ ਹੋ ਗਏ ਆ। ਸੋ ਜੋ ਕੁਝ ਬਚਿਆ ਹੋਇਆ ਉਹ ਆਹੀ ਸੀਗਾ ਪੰਜਾਬ ਦੇ ਵਿੱਚ। ਹੁਣ ਜਿੱਥੇ ਛੋਟੇ ਛੋਟੇ ਜੰਗਲ ਬਚੇ ਵੀ ਹੋਏ ਆ ਤੇ ਉਹ ਵੀ ਤੁਸੀਂ ਇੰਡਸਟਰੀ ਨੂੰ ਦੇ ਰਹੇ ਹੋ ਤੇ ਉਹਦੇ ਨਾਲ ਪੰਜਾਬ ਦਾ ਜਿਹੜਾ ਇੱਕ ਇਕੋਲੋਜੀਕਲ ਬਾਇਓਡਾਇਵਰਸਿਟੀ ਹੈ ਉਹ ਸਾਰੀ ਤਬਾਹ ਹੋਣੀ ਹੈ। ਤੇ ਖਾਸ ਕਰ ਇੱਥੋਂ ਅਗਲੇ ਜਿਹੜਾ ਇਲਾਕਾ ਹੈ ਮਾਲਵੇ ਦਾ, ਜਿਹੜਾ 1 ਕਰੋੜ ਲੋਕ ਇੱਥੇ ਪਾਣੀ ਪੀਂਦੇ ਆ, ਉਹਨਾਂ ਲਈ ਸਰਕਾਰ ਬਿਮਾਰੀਆਂ ਉਹਨਾਂ ਨੂੰ ਤੋਹਫੇ ਵਿੱਚ ਦੇ ਰਹੀ ਹੈ। ਹਾਲਾਂਕਿ ਆਪਣੀ ਨਸਲਾਂ ਨੂੰ ਕੋਈ ਵੀ ਜਿਹੜਾ ਬਾਦਸ਼ਾਹ ਹੁੰਦਾ ਨਾ, ਸਰਕਾਰ ਹੁੰਦੀ ਹੈ, ਉਹ ਉਹਨਾਂ ਦੇ ਬਾਰੇ ਸੁਚੇਤ ਹੁੰਦਾ ਵੀ ਉਹਨਾਂ ਤੇ ਅਸਰ ਨਾ ਪਵੇ, ਉਹਨਾਂ ਦੇ ਭਵਿੱਖ ਤੇ ਅਸਰ ਨਾ ਪਵੇ। ਇਹ ਹੁਣ ਗਿਫਟ ਕਰ ਰਹੇ ਆ ਵੀ ਪੰਜਾਬ ਨੂੰ ਆਪਾਂ ਸਨਅਤੀ ਵਿਕਾਸ ਕਰਕੇ, ਖਾਸ ਕਰ ਲੈਂਡ ਮਾਫੀਆ ਤੇ ਟੈਕਸਟਾਈਲ ਲੋਬੀ ਦੇ ਦਬਾਅ ਦੇ ਵਿੱਚ ਇੱਕ ਥੋੜਾ ਪੈਸੇ ਦੀ ਗੇਮ ਹੈ। ਇਹਨਾਂ ਦੇ ਇੱਕ ਰਾਜ ਸਭਾ ਮੈਂਬਰ ਜਿਹੜੇ ਲੁਧਿਆਣੇ ਤੋਂ ਅਰੋੜਾ ਜੀ ਬਣਾਏ ਹੈ, ਉਹਨਾਂ ਦਾ ਲਿੰਕ ਦੱਸਦੇ ਵੀ ਸਨਅਤਕਾਰਾਂ ਦੇ ਹੀ ਨੁਮਾਇੰਦੇ ਹਨ। ਇਹ ਸਾਰਾ ਕੁਝ ਜਿਹੜਾ ਪ੍ਰੀ ਪਲਾਨ ਗੇਮ ਹੋ ਰਿਹਾ ਜੀ, ਉੱਪਰੋਂ ਆਰਡਰ ਆ ਰਹੇ ਆ ਤੇ ਸਰਕਾਰ ਯੈਸ ਬੋਸ ਦੀ ਤਰ੍ਹਾਂ ਚੱਲ ਰਹੀ ਹੈ। ਸੋ ਇਹ ਕੰਮ ਹੋ ਰਿਹਾ ਇੱਥੇ। ਲੁਧਿਆਣਾ ਤਾਂ ਪਹਿਲਾਂ ਹੀ ਜਿਹੜਾ ਲੁਧਿਆਣੇ ਤੇ ਕਿਤੇ ਪਹਿਲਾਂ ਹੀ ਕਾਰਵਾਈ ਕਰ ਰਹੀ ਤਾਂ ਇਹ ਬਣਦੀ ਹੈ ਕਿ ਜਿਹੜੀਆਂ ਪਹਿਲਾਂ ਲਗਾਤਾਰ ਬੁੱਢਾ ਨਾਲੇ ਰਾਹੀਂ ਜਿਹੜਾ ਲਗਾਤਾਰ ਸਤਲੁਜ ਦੇ ਵਿੱਚ ਜਿਹੜਾ ਕਾਲਾ ਪਾਣੀ ਪੈ ਰਿਹਾ, ਜ਼ਹਿਰੀਲਾ ਪਾਣੀ ਪੈ ਰਿਹਾ, ਜਿਹਦੇ ਨਾਲ ਜਲ ਜੀਵਨ ਵੀ ਪ੍ਰਭਾਵਿਤ ਹੋ ਰਿਹਾ ਤੇ ਮਨੁੱਖ ਵੀ ਪ੍ਰਭਾਵਿਤ ਹੋ ਰਿਹਾ। ਵੀ ਕਿਤੇ ਤਾਂ ਉਹਨਾਂ ਤੇ ਕੋਈ ਕਾਨੂੰਨ ਹੋਣਾ ਚਾਹੀਦਾ ਸੀ। ਲੱਗਦਾ ਨਹੀਂ ਕਿ ਵੀ ਪਹਿਲਾਂ ਉਹ ਤਾਂ ਠੀਕ ਕੀ ਕਰਨੀ ਸੀ, ਇੱਕ ਹੋਰ ਨਵਾਂ ਕੰਮ ਖੜਾ ਕਰਤਾ। ਤੁਹਾਨੂੰ ਮੈਂ ਇੱਕ ਚੀਜ਼ ਦੱਸਾਂ ਵੀ ਜਿਹੜਾ ਆਪਾਂ ਕਹਿੰਦੇ ਵੀ ਬੁੱਢੇ ਨਾਲੇ ਰਾਹੀਂ, ਬੁੱਢਾ ਨਾਲਾ ਸਤਲੁਜ 'ਚ ਹੀ ਪੈਣਾ ਕਿਉਂਕਿ ਉਹ ਸਤਲੁਜ ਹੀ ਹੈ। ਠੀਕ ਹੈ, ਉਹ ਸਤਲੁਜ ਦਰਿਆ ਹੀ ਹੈ, ਲੁਧਿਆਣੇ ਸ਼ਹਿਰ 'ਚੋਂ ਲੰਘਦਾ ਇੱਕ ਬ੍ਰਾਂਚ ਉਹਦੀ, ਉਹ ਇੱਧਰੋਂ ਸ਼ੁਰੂ ਹੋ ਜਾਂਦੀ ਹੈ, ਕੂਮਕਲਾਂ ਦੇ ਆਸੇ-ਪਾਸੇ ਲੰਘਦੀ ਹੋਈ ਸ਼ਹਿਰ ਦੇ ਵਿੱਚੋਂ ਲੰਘਦੀ ਹੈ। ਉਹ ਬੁੱਢਾ ਦਰਿਆ ਹੀ ਹੈ, ਉੱਥੇ ਵਿਸਾਖੀ ਦਾ ਮੇਲਾ ਭਰਦਾ ਸੀਗਾ। ਠੀਕ ਹੈ ਜੀ, ਜਿਹੜਾ ਸ਼ਹਿਰ ਦੇ ਗੱਭੇ ਹੀ ਉਹ ਹੈ। ਠੀਕ ਹੈ ਜੀ, ਤੇ ਹੁਣ ਉਹ ਨਾਲਾ ਬਣ ਗਿਆ। ਹੁਣ ਆਪਾਂ ਆਪਣੇ ਦਿਮਾਗ 'ਚ ਉਹ ਨਾਲਾ ਹੀ ਹੈ, ਉਹਨੂੰ ਡਰੇਨ 'ਚ ਬਣਾਤਾ। ਇਹੀ ਹਾਲ ਸਤਲੁਜ ਦਾ ਹੋਣਾ ਇੱਥੇ। ਆਪਾਂ ਕਹਿ ਰਹੇ ਹਾਂ ਨਾ ਵੀ ਉਹਦੇ ਵਿੱਚ ਬੁੱਢੇ ਨਾਲੇ ਨੇ ਤਾਂ ਪੈਣਾ ਹੀ ਹੈ ਕਿਉਂਕਿ ਪਹਿਲਾਂ ਹੀ ਉਹ ਸਤਲੁਜ ਦਰਿਆ ਦਾ ਹਿੱਸਾ ਸੀਗਾ, ਸਤਲੁਜ 'ਚੋਂ ਨਿਕਲਦਾ ਤੇ ਸਤਲੁਜ 'ਚ ਹੀ ਪੈ ਜਾਂਦਾ। ਹੁਣ ਜੇ ਇਹਨਾਂ ਕੋਲੋਂ ਲੁਧਿਆਣੇ ਸ਼ਹਿਰ ਦੀ ਸਨਅਤ ਨਹੀਂ ਕੰਟਰੋਲ ਹੋਈ, ਉਹਦਾ ਪਾਣੀ ਲਗਾਤਾਰ ਪੈ ਰਿਹਾ, ਇੱਥੇ ਕਿੱਥੋਂ ਰੁਕ ਜਾਊਗੀ ਜਿਹੜੀ ਕਿ ਬਿਲਕੁਲ ਨਾਲ ਹੀ ਹੈ ਤੇ ਲੱਗ ਰਹੀ ਹੈ। ਦੂਸਰੀ ਗੱਲ ਇਹ ਹੈ ਵੀ ਜਿਹੜਾ ਸਤਲੁਜ ਦਰਿਆ ਹੈ ਇਹ ਸਾਰਾ ਉਹਦਾ ਫਲੱਡ ਪਲੇਨ ਹੈ। ਫਲੱਡ ਪਲੇਨ ਹੁੰਦਾ ਹੈ ਵੀ ਹੜ੍ਹ ਜ਼ੋਨ। ਅੰਗਰੇਜ਼ ਸਰਕਾਰ ਦੇ ਵੇਲੇ ਕਾਨੂੰਨ ਸੀਗਾ, ਉਹ ਕਹਿੰਦੇ ਸੀਗੇ ਵੀ ਜੇ 100 ਸਾਲਾਂ ਦੀ ਹਿਸਟਰੀ ਹੈ ਨਾ ਵੀ ਕਿਤੇ ਫਲੱਡ ਆਇਆ, ਉਹਨੂੰ ਮੰਨ ਲੈਂਦੇ ਸੀ ਤੇ ਉਹਨੂੰ ਨੋ ਕੰਸਟਰਕਸ਼ਨ ਜ਼ੋਨ ਬਣਾ ਦਿੰਦੇ ਸੀ ਵੀ ਉੱਥੇ ਕੋਈ ਇਹੋ ਜਿਹੇ ਕੰਮ ਨਹੀਂ ਸੀ ਕਰਦੇ, ਰਿਜ਼ਰਵ ਰੱਖਦੇ ਸੀਗੇ, ਕੋਈ ਜੰਗਲ ਲਗਾ ਦਿੰਦੇ ਸੀਗੇ। ਇਹ ਉਹਨਾਂ ਤੋਂ ਵੀ ਉਲਟੇ ਹੈ, ਮਤਲਬ ਅੰਗਰੇਜ਼ ਤੋਂ ਵੀ ਇੱਕ ਕਦਮ ਅੱਗੇ ਚਲੇ ਗਏ ਆ। ਹੁਣ ਮਤਲਬ ਉਹ ਤਾਂ ਫਿਰ ਵੀ ਵਾਤਾਵਰਨ ਦਾ ਕੁਝ ਸੋਚ ਲੈਂਦੇ ਸਨ, ਇਹ ਤਾਂ ਬਿਲਕੁਲ ਮੁਨਾਫਾਖੋਰੀ ਤੇ ਆ ਗਏ ਆ ਵੀ ਦੇਖ ਲਿਆ ਵੀ ਜੋ ਕੁਝ ਬਚਿਆ ਪੰਜਾਬ 'ਚ ਉਹ ਲੁਟਾ ਦਈਏ। ਹੁਣ ਸਤਲੁਜ ਜਿਹੜਾ ਹੈ ਐਜ਼ ਪਰ ਦੀ ਜਿਹੜੇ ਡੈਮ ਬਣਦੇ ਆ ਰਾਈਪੇਰੀਅਨ ਲਾਅ ਦੇ ਅਕੋਰਡਿੰਗ, ਉਹਦੇ ਵਿੱਚ ਨੈਚੁਰਲ ਫਲੋ ਦਾ 25% ਪਾਣੀ ਹਮੇਸ਼ਾ ਹੋਣਾ ਜ਼ਰੂਰੀ ਹੈ ਕਿਉਂਕਿ ਜਿਹੜਾ ਦਰਿਆ ਹੁੰਦਾ ਨਾ ਇਹਦੇ ਹੱਕ ਜਿਹੜੇ ਆ ਇੱਕ ਜਿਉਂਦੇ ਬੰਦੇ ਦੇ ਬਰਾਬਰ ਦੇ ਹੀ ਮੰਨੇ ਜਾਂਦੇ ਆ। ਤੇ ਇਹ ਸਿਰਫ ਮਨੁੱਖਾਂ ਲਈ ਨਹੀਂ ਹੁੰਦਾ, ਇਹਦੇ ਨਾਲ ਹੋਰ ਜਾਨਵਰਾਂ ਦੀ ਸਪੀਸੀਜ਼ ਇਹ 'ਤੇ ਡਿਪੈਂਡ ਕਰਦੀਆਂ। ਜਿੱਥੇ ਤੱਕ ਇਹ ਸਮੁੰਦਰ ਤੱਕ ਮਿਲਦਾ ਉੱਥੇ ਤੱਕ ਇਹ ਵਗਦਾ ਰਹਿਣਾ ਚਾਹੀਦਾ ਹੁੰਦਾ। ਇੰਡਸ ਵਾਟਰ ਟਰੀਟੀ ਦੇ ਵਿੱਚ ਵੀ ਇਹ ਸਮਝੌਤਾ ਹੋਇਆ ਹੈ ਵੀ ਰੀਵਰ ਬੈੱਡ ਖਤਮ ਨਹੀਂ ਕਰਾਂਗੇ ਅਸੀਂ ਕਿਸੇ ਵੀ ਦਰਿਆ ਦਾ। ਹੁਣ ਇੱਥੇ ਗੱਲ ਕੀ ਹੋ ਜਾਂਦੀ ਹੈ ਜੀ, ਪਾਣੀ ਜੇ ਸਤਲੁਜ ਦਾ ਜੀ ਡਾਇਵਰਟ ਕਰ ਦਿਓ ਜੀ ਮਨੁੱਖਤਾ ਦੇ ਨਾਂ 'ਤੇ ਜੀ ਹੋਰ ਹੈ ਵੀ ਉਹ ਤਾਂ ਵੇਸਟ ਹੋ ਰਿਹਾ। ਉਹ ਵੇਸਟ ਨਹੀਂ ਹੋ ਰਿਹਾ, ਉਹਦੇ ਨਾਲ ਇੱਕ ਪੂਰਾ ਇਕੋਲੋਜੀਕਲ ਸਿਸਟਮ ਜੁੜਿਆ ਹੋਇਆ। ਜੇ ਦਰਿਆ ਸਮੁੰਦਰ 'ਚ ਨਹੀਂ ਜਾਊਗਾ ਤੇ ਉਹਦਾ ਸਾਰਾ ਇਕੋਲੋਜੀਕਲ ਡਿਸਟਰਬੈਂਸ ਖੜਾ ਹੋ ਜਾਊਗਾ ਤੇ ਉਹ ਦਰਿਆ ਤਬਾਹ ਹੋ ਜਾਊਗਾ। ਹੁਣ ਇੱਥੇ ਕੀ ਹੈ ਕਿ ਇੱਥੇ ਨੈਚੁਰਲ ਫਲੋ ਦਾ 25% ਪਾਣੀ ਆਉਂਦਾ ਨਹੀਂ ਪਿਆ, ਇੰਡਸਟਰੀ ਦੀ ਵੇਸਟੇਜ ਸਾਰੀ ਆ ਜਾਣੀ ਹੈ। ਉਹਦੇ ਨਾਲ ਕੀ ਹੈ ਦਰਿਆ ਪੋਲਿਊਟ ਹੋ ਜਾਣਾ। ਦਰਿਆ 'ਚ ਜੇ ਪਾਣੀ ਆਉਂਦਾ ਨਾ ਜਦੋਂ ਜ਼ਿਆਦਾ, ਉਹ ਜਿਹੜਾ ਇੱਥੇ ਆਸੇ-ਪਾਸੇ ਦਾ ਛੋਟਾ ਮੋਟਾ ਪਾਣੀ ਪੈਂਦਾ ਵੀ ਹੋਵੇ ਕੋਈ, ਉਹ ਸਾਰਾ ਸਾਫ਼ ਕਰ ਜਾਂਦਾ, ਚੱਕ ਕੇ ਲੈ ਜਾਂਦਾ। ਤੁਸੀਂ ਦੇਖ ਲੈਣਾ ਵੀ ਬਰਸਾਤ ਦੇ ਦਿਨਾਂ ਵਿੱਚ ਜਿਹੜਾ ਸਤਲੁਜ ਵਾਟਰ ਦੀ ਕੁਆਲਿਟੀ ਦੇਖਣਾ ਆਮ ਦਿਨਾਂ ਨਾਲੋਂ ਉਹ ਜ਼ਿਆਦਾ ਵਧੀਆ ਹੋਊਗੀ। ਉਹ ਇਸੇ ਕਰਕੇ ਹੁੰਦਾ ਕਿਉਂਕਿ ਪਾਣੀ ਦਾ ਫਲੋ ਚੱਲਦਾ ਰਹਿੰਦਾ। ਤੇ ਹੁਣ ਕੀ ਹੋਣਾ,
ਇਹਦੇ ਵਿੱਚ ਇੱਕ ਆ ਜਾਣਾ ਫਲੱਡ ਕੰਟਰੋਲ ਮੈਨੇਜਮੈਂਟ ਦੇ ਨਾਂ ਤੇ ਜੀ ਵੀ ਜ਼ਿਆਦਾ ਇੱਥੇ ਮਨੁੱਖੀ ਇੰਟਰਵੈਂਸ਼ਨ ਹੋ ਜਾਣੀ ਹੈ। ਜੀ ਆਹ ਸੜਕ ਬਣ ਰਹੀ ਹੈ, ਇਹ ਰੋਪੜ ਤੱਕ ਬਣਨੀ ਹੈ, ਇਹ ਸਤਲੁਜ ਹੀ ਹੈ, ਤੱਕ ਵੱਜਦੀ ਹੈ ਇੱਥੇ। ਜੀ ਹੁਣ ਜੇ ਮਨੁੱਖੀ ਇੰਟਰਵੈਂਸ਼ਨ ਜ਼ਿਆਦਾ ਹੋ ਗਈ ਜੀ ਤਾਂ ਉੱਥੇ ਕੱਲ੍ਹ ਨੂੰ ਮੰਗ ਉੱਠ ਜਾਣੀ ਹੈ ਵੀ ਇੱਥੇ ਫਲੱਡ ਕੰਟਰੋਲ ਕੀਤਾ ਜਾਵੇ, ਫਲੱਡ ਨਾ ਆਵੇ। ਜੀ। ਵੀ ਇੰਡਸਟਰੀ ਲੱਗੀ ਹੋਈ ਆ, ਲੋਕੀ ਵੱਸਦੇ ਆ, ਜੀ। ਤਾਂ ਉੱਥੇ ਪਹਿਲੀ ਵਿਉਂਤਬੰਦੀ ਕਰ ਦੇਣੀ ਹੈ ਵੀ ਪਾਣੀ ਡਾਇਵਰਟ ਕਰਕੇ ਫਲੱਡ ਮੈਨੇਜਮੈਂਟ ਦੇ ਨਾਂ ਤੇ ਉਹ ਕਰ ਦੇਣੀ ਹੈ। ਉਹਦੇ ਵਿੱਚੋਂ ਹੀ ਜਿਹੜਾ ਸਤਲੁਜ ਯਮਨਾ ਲਿੰਕ ਕਨਾਲ ਦਾ ਰਿਸ਼ਤਾ ਜੁੜਦਾ ਪਿਆ, ਉਹਦਾ ਪਾਣੀ ਡਾਇਵਰਟ ਹੋਣਾ। ਤੁਹਾਡੇ ਕਹਿਣ ਦਾ ਮਤਲਬ ਵੀ SYL ਦੀ ਵੀ ਕਿਤੇ ਨਾ ਕਿਤੇ ਅਗਲਾ ਜਿਹੜਾ ਪੜਾਅ ਹੈ ਉਹ ਇੱਥੋਂ ਹੀ ਵੱਜਣਾ ਵੀ SYL ਦੀ ਜਿਹੜੀ ਅਗਲੀ ਨਿਉ ਕਹਿ ਲਈ, ਨਿਉ ਤਾਂ ਵੱਜ ਚੁੱਕੀ ਹੈ, ਪਰ SYL ਨੂੰ ਪਾਣੀ ਦੇਣ ਦਾ ਬਹਾਨਾ ਵੀ ਇੱਥੋਂ ਹੀ ਪੈਦਾ ਹੋਣਾ। ਤੁਸੀਂ ਇਹ ਦੇਖ ਲਓ ਵੀ ਉਹ ਇਹ ਭਾਵੇਂ SYL ਦੇ ਨਾਂ ਤੇ ਕਰ ਦੇਣ, ਇਹਨਾਂ ਨੇ ਪਾਣੀ ਡਾਇਵਰਟ ਹੀ ਕਰਨਾ ਹੈ। ਜੀ ਇਸੇ ਕਰਕੇ ਨਾ ਇਹ ਸਾਰਾ ਜਿਹੜਾ ਇਹਨਾਂ ਨੇ ਇੱਥੋਂ ਆ ਹਾਈਵੇ ਕੱਢਣਾ ਰੋਪੜ ਤੱਕ, ਜੀ ਇਹ ਸਤਲੁਜ ਦੇ ਬੰਨ੍ਹ ਤੇ ਕੱਢਣਾ। ਜੀ ਬੰਨ੍ਹ ਤੇ ਕੱਢ ਕੇ ਉਹਦਾ ਪੱਕਾ ਉਹ ਬੰਦੋਬਸਤ ਕਰੂਗੇ, ਉਹਦੇ ਵਿੱਚ ਪਾਣੀ ਵੀ ਉਨਾ ਕੀ ਰਹਿਣ ਦੇਣਾ ਵੀ ਇਹ ਜਿਹੜਾ ਹੜ੍ਹ ਨਾ ਆਵੇ ਜੀ ਤੇ ਪਾਣੀ ਵਾਧੂ ਪਾਣੀ ਇਹਨਾਂ ਨੇ ਡਾਇਵਰਟ ਕਰ ਦੇਣਾ। ਠੀਕ ਹੈ ਜੀ। ਵੀ ਉਸ ਕਰਕੇ ਕਾਰਨ ਕੀ ਹੈ ਕਿ ਪੰਜਾਬ ਦੇ ਜਿਹੜਾ ਤੁਸੀਂ ਦੇਖ ਲੈਣਾ ਨਾ ਅਰਬਨਾਈਜੇਸ਼ਨ ਪ੍ਰੋਜੈਕਟ ਹੈ, ਕਿਸੇ ਵੀ ਥਾਂ ਜਿਹੜਾ ਹੈ ਸਿਰਫ ਉਸੇ ਏਰੀਏ 'ਚ ਪਾਣੀ ਥੋੜ੍ਹਾ ਬਹੁਤਾ ਪੀਣ ਨੂੰ ਮਿਲ ਰਿਹਾ ਜਿੱਥੇ ਸੇਮ ਆ ਗਈ ਹੈ ਜਾਂ ਪਾਣੀ ਖਾਰਾ ਹੋ ਗਿਆ। ਬਾਕੀ ਕਿਸੇ ਵੀ ਥਾਂ ਪੰਜਾਬ ਕੋਲ ਦਰਿਆਵਾਂ ਦਾ ਪਾਣੀ ਨਹੀਂ ਮਿਲ ਰਿਹਾ। ਜੀ ਜਦ ਕਿ ਅਸੀਂ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਜਿਹੜਾ ਗਰਾਊਂਡ ਵਾਟਰ ਹੈ ਉਹ ਹੁਣ ਇੰਨੇ ਖਤਰਨਾਕ ਲੈਵਲ ਤੇ ਆ ਗਿਆ, ਉਹਦੀ ਮਿਸਯੂਜ਼ ਹੋਣਾ ਬੰਦ ਹੋਵੇ। ਇੰਡਸਟਰੀ ਨੂੰ, ਸ਼ਹਿਰੀ ਇਲਾਕੇ ਨੂੰ, ਪਿੰਡੂ ਵਸੋਂ ਨੂੰ ਤੇ ਖੇਤੀਬਾੜੀ ਦਾ ਜੀ ਸਾਰਿਆਂ ਦੀ ਜਿਹੜੀ ਜ਼ਰੂਰਤ ਹੈ, ਸਾਡੇ ਕੋਲ 3 ਦਰਿਆ ਹੈ, ਸਾਡੇ ਦਰਿਆਈ ਪਾਣੀਆਂ ਤੋਂ ਪੂਰੀ ਕੀਤੀ ਜਾਵੇ। ਕਿਉਂਕਿ ਇਹ ਕੀ ਕਹਿੰਦੇ ਵੀ ਸਦੀਆਂ ਤੋਂ ਹੀ ਜਿਹੜੇ ਹੈ ਨਾ ਹਿਊਮਨ ਹਿਸਟਰੀ ਹੈ, ਦਰਿਆਵਾਂ ਦੇ ਆਸੇ-ਪਾਸੇ ਹੀ ਸਿਵਲਾਈਜੇਸ਼ਨ ਹੁੰਦੀ ਹੈ। ਕਾਰਨ ਕੀ ਕਿ ਉਹ ਪਾਣੀ ਦਾ ਸੋਮਾ ਹੁੰਦੇ ਆ। ਤੇ ਹੁਣ ਵੀ ਇਹ ਹੈ ਵੀ ਜ਼ਮੀਨ ਨੂੰ ਹੀ ਪਾਣੀ ਤੇ ਬੰਦ ਕਰਕੇ ਦਰਿਆ ਦਾ ਪਾਣੀ ਵਰਤਣ। ਪਰ ਜੇ ਦਰਿਆ 'ਚ ਪਾਣੀ ਹੀ ਨਹੀਂ ਰਹੂਗਾ ਤੇ ਪੰਜਾਬ ਵਰਤੂਗਾ ਕੀ? ਪੰਜਾਬ ਦੇ ਕੋਲ ਨਹਿਰਾਂ ਦਾ ਹੱਕ ਹੈ ਨਹੀਂਗਾ। ਜੀ BBMB ਤੋਂ ਪੁੱਛੇ ਬਿਨਾ ਪੰਜਾਬ ਇੱਕ ਖਾਲ ਨਹੀਂ ਕੱਢ ਸਕਦਾ। ਜੀ ਹਰਿਆਣੇ ਨੇ ਆਪਣੀ ਖੇਤੀਬਾੜੀ ਦਾ 40% ਹਿੱਸਾ ਪੰਜਾਬ ਦੇ ਪਾਣੀ ਲੁੱਟ ਕੇ ਪੂਰਾ ਕਰ ਲਿਆ। ਪੰਜਾਬ 'ਚ 16% ਵੀ ਨਹੀਂ ਹੈ, ਐਕਚੁਅਲ 8% ਸੀਗਾ। ਜਦੋਂ ਬਾਦਲ ਸਾਹਿਬ ਨੂੰ ਰੌਲਾ ਪਿਆ, ਉਹਨਾਂ ਨੇ ਫਟਾਫਟ ਕਾਗਜ਼ੀ ਕਾਰਵਾਈ ਕਰਤੀ। ਅੱਜ ਦੇਖੋ ਜੀ ਅਸੀਂ 16% ਲਿਆਏ, ਹੁਣ ਉਹ 20% ਸ਼ੋਅ ਕਰ ਰਹੇ ਆ, ਐਕਚੁਅਲ 'ਚ 16% ਤੋਂ ਥੱਲੇ ਹੀ ਹੈ। ਸੋ ਕਿਤੇ ਨਾ ਕਿਤੇ ਪੰਜਾਬ ਨੂੰ ਇੱਕ ਬਸਤੀਵਾਦੀ ਖਿੱਤੇ ਦੀ ਤਰ੍ਹਾਂ ਟਰੀਟ ਕੀਤਾ ਜਾ ਰਿਹਾ। ਸਾਡੀ ਇਕੱਲੀ ਭਗਵੰਤ ਮਾਨ ਸਰਕਾਰ ਅੱਗੇ ਬੇਨਤੀ ਨਹੀਂ ਹੈ, ਅਸੀਂ ਕਹਿੰਦੇ ਆ ਵੀ ਅਸੀਂ ਵੀ ਇਸ ਭਾਰਤ ਦੇ ਵਸਿੰਦੇ ਹਾਂ, ਵੀ ਜੇ ਉਹ ਸਾਨੂੰ ਕਹਿੰਦੇ ਆ ਵੀ ਭਾਰਤ 'ਚ ਸਾਰੇ ਬਰਾਬਰ ਹੈ ਤੇ ਸਾਡੇ ਤੇ ਵੀ ਉਹੀ ਕਾਨੂੰਨ ਲਾਗੂ ਕਰਨ ਜੋ ਬਾਕੀ ਭਾਰਤ 'ਚ ਹੋ ਰਹੇ ਆ। ਇੱਥੇ ਗੰਗਾ ਤੇ ਜਦੋਂ ਟੀਰੀ ਡੈਮ ਬਣਿਆ ਸੀਗਾ ਤਾਂ ਉਹਦਾ ਪਾਣੀ ਰੋਕਣ ਲੱਗੇ ਸੀਗੇ, ਤਾਂ ਟੀਰੀ 'ਚ ਇੱਕ ਧਾਰਮਿਕ ਅੰਦੋਲਨ ਖੜਾ ਹੋ ਗਿਆ ਵੀ ਭਾਗੀਰਥੀ ਨਦੀ ਤੇ ਜੇ ਤੁਸੀਂ ਡੈਮ ਬਣਾਓਗੇ ਤਾਂ ਗੰਗਾ ਦੀ ਧਾਰਾ ਪੂਰੀ ਨਹੀਂ ਬਣਨੀ, ਉਹ ਗੰਗਾ ਨਦੀ ਨਹੀਂ ਬਣਨੀ, ਵੀ ਉਹਨੂੰ ਭਾਗੀਰਥੀ ਦਾ ਪਾਣੀ ਦੀ ਆਵਾਜਾਈ ਪੱਕੀ ਉਹ ਕਰੋ। ਤੇ ਤਾਂ ਹੀ ਉਹਨਾਂ ਨੇ ਜਿਹੜਾ ਡੈਮ ਦੀ ਫਿਰ ਜਿਹੜੀ ਸੀਗੀ ਉਚਾਈ ਘੱਟ ਕੀਤੀ ਤੇ ਉਹ ਪਾਣੀ ਵਗਦਾ। ਪਰ ਸਤਲੁਜ ਦੇ ਕੇਸ 'ਚ ਇਹ ਸਭ ਕੁਝ ਲੁੱਟਣ ਨੂੰ ਫਿਰਦੇ ਆ ਵੀ ਇਹ ਵਗਦਾ ਵੀ ਇਹਨੂੰ ਉਹ ਕਰਾਂਗੇ ਜੀ, ਪਾਕਿਸਤਾਨ ਜਾ ਰਹੇ ਆ ਵੀ ਇਹ ਨਦੀ ਦਾ ਕੀ ਹੈ ਜੀ, ਇਹ ਮਨੁੱਖਤਾ ਦੇ ਨਾਂ ਤੇ ਕਹਿ ਦਿੰਦੇ ਆ ਜੀ, ਇਹ ਜੀ ਆਪਾਂ ਨਹਿਰਾਂ ਕੱਢ ਕੇ ਬਾਕੀ ਜਗ੍ਹਾ ਪਹੁੰਚਾਈਏ। ਇਹ ਇਕੋਲੋਜੀਕਲ ਵੱਡਾ ਬਲੰਡਰ ਹੋ ਰਿਹਾ ਪੰਜਾਬ ਨਾਲ। ਪੰਜਾਬ ਦੇ ਰਿਸੋਰਸਿਸ ਵੀ ਵਰਤੇ ਜਾਣੇ ਆ ਤੇ ਪੰਜਾਬ ਦੇ ਲੋਕ ਬਿਮਾਰ ਹੋ ਜਾਣੇ ਆ। ਹੁਣ ਆਹ ਜਿਹੜਾ ਵੇਸਟੇਜ ਆਊਗਾ ਇੱਥੇ ਪਾਣੀ ਪੂਰਾ ਪਤਾ ਕਿੱਦਾਂ ਇਹਨਾਂ ਨੇ ਕਰਨਾ, ਇੰਡਸਟਰੀਅਲ ਵੇਸਟ ਨਾਲ। ਉਹ ਸ਼ਹਿਰਾਂ ਦੀਆਂ ਸੀਵਰੇਜ ਚੱਕ ਕੇ ਇੱਥੇ ਪਾ ਦੇਣਗੇ, ਇੰਡਸਟਰੀਅਲ ਵੇਸਟ ਚੱਕ ਕੇ ਪਾ ਦੇਣਗੇ। ਅੱਗੇ ਜਿਹੜਾ ਮਾਲਵਾ ਬੈਠਾ ਹੈ ਉਹਨੂੰ ਆਹੀ ਪਾਣੀ ਮਿਲਣਾ ਹੈ, ਐਕਚੁਅਲ ਪਾਣੀ ਇਹਦੇ ਵਿੱਚ ਹੈ ਹੀ ਨਹੀਂ ਹੈ। ਇਹ ਚੱਕਰ ਹੈ। ਅੱਛਾ, ਜਿਵੇਂ ਹੁਣ ਇਹ ਉਹੀ ਗੱਲ ਫੇਰ ਆ ਜਾਂਦੀ ਹੈ ਕਿ ਸਰਕਾਰ ਨੂੰ ਕੋਈ ਲੋਕਾਂ ਪ੍ਰਤੀ ਜਾਂ ਕੋਈ ਚਿੰਤਾ ਨਹੀਂ, ਜਾਂ ਕੀ ਚੱਕਰ ਹੁੰਦਾ ਹੈ ਵੀ ਜਦੋਂ ਅਸੀਂ ਵਿਰੋਧੀ ਧਿਰ 'ਚ ਹੁੰਦੇ ਹਾਂ ਉਦੋਂ ਅਸੀਂ ਡਟ ਕੇ ਵਿਰੋਧ ਕਰ ਲੈਂਦੇ ਹਾਂ, ਅਸੀਂ ਕਹਿ ਦਿੰਦੇ ਹਾਂ ਜੀ ਸਾਨੂੰ ਤਾਂ ਦੁੱਖ ਹੀ ਸਭ ਤੋਂ ਜ਼ਿਆਦਾ ਹੈ। ਹੁਣ ਭਗਵੰਤ ਮਾਨ ਨੂੰ ਕੀ ਚੱਕਰ ਆ, ਕੀ ਦਬਾਅ ਹੈ, ਕੀ ਉਹ ਆਪਦੀ ਮਰਜ਼ੀ ਨਾਲ ਕਰ ਰਿਹਾ ਜਾਂ ਕੋਈ ਲੱਗ ਰਿਹਾ ਕਿ ਕੋਈ ਪਿੱਛੋਂ ਹੀ ਦਬਾਅ ਉਹਨਾਂ 'ਤੇ? ਦੇਖੋ, ਤੁਸੀਂ ਸ਼ੁਰੂਆਤ 'ਚ ਮਸਕੀਨ ਜੀ ਦਾ ਜ਼ਿਕਰ ਕੀਤਾ ਸੀ। ਮੈਂ ਕਹਿੰਦਾ ਵੀ ਬੰਦੇ ਦਾ ਪਤਾ ਜਿਹੜਾ ਹੈ ਉਹ ਉਦੋਂ ਹੀ ਲੱਗਦਾ ਹੈ ਜਦੋਂ ਉਹਦੇ ਹੱਥ ਸੱਤਾ ਹੋਵੇ। ਰਹਿਨੁਮਾ ਦਾ ਪਤਾ ਉਦੋਂ ਹੀ ਲੱਗਦਾ ਹੈ। ਦੂਸਰੀ ਗੱਲ, ਇਹ ਗੱਲ ਇਸ ਚੀਜ਼ ਨੂੰ ਵੀ ਸੱਚ ਸਾਬਤ ਕਰਦੀ ਹੈ ਵੀ ਜਿਸ ਬੰਦੇ ਨੂੰ ਚੋਰੀ ਦਾ ਮੌਕਾ ਨਾ ਮਿਲਿਆ ਉਹੀ ਸਾਧ ਹੈ। ਠੀਕ ਹੈ ਨਾ। ਹੁਣ ਜਦ ਤੱਕ ਤੁਹਾਡੇ ਕੋਲ ਸੱਤਾ ਨਹੀਂ ਸੀਗੀ ਤੁਸੀਂ ਬਹੁਤ ਚੀਕਾਂ ਮਾਰਦੇ ਸੀ ਜੀ ਪੰਜਾਬ ਤਬਾਹ ਹੋ ਜਾਊਗਾ, ਹਾਂ ਜੀ ਕੈਪਟਨ ਸਾਹਿਬ ਮੰਡੀ ਗੋਬਿੰਦਗੜ੍ਹ 'ਚ ਲਗਾ ਜਾਓ, ਵੀ ਮੱਤੇਵਾੜਾ ਵੀ ਸਿੱਖੋਵਾਲ ਦਾ ਜ਼ਿਕਰ ਵੀ ਕਰਦੇ ਸੀ ਜੀ, ਕਿਸਾਨਾਂ ਨੇ 36 ਸਾਲ ਲੜਾਈ ਲੜੀ। ਇਹ ਸਭ ਕੁਝ ਭੁੱਲ ਗਏ ਤੁਸੀਂ, ਜਾਂ ਤਾਂ ਤੁਹਾਨੂੰ ਕਿਸੇ ਨੇ ਹਾਈਜੈਕ ਕਰ ਲਿਆ। ਮੈਨੂੰ ਲੱਗਦਾ ਵੀ ਭਗਵੰਤ ਮਾਨ ਦੀ ਜਗ੍ਹਾ ਪਲਾਸਟਿਕ ਸਰਜਰੀ ਕਰਕੇ ਕੋਈ ਹੋਰ ਬੰਦਾ ਰੱਖਤਾ, ਉਹ ਅੱਗੇ ਬਿਆਨ ਦੇਣ ਆਉਂਦਾ, ਜਿਹੜਾ ਬਣਿਆ ਬਣਾਇਆ ਬਿਆਨ ਦਿੱਲੀ ਤੋਂ ਆਉਂਦਾ। ਠੀਕ ਹੈ।
ਜਾਂ ਫਿਰ ਉਹ ਵਿਚਾਰੇ ਦੇ ਹੱਥ 'ਚ ਹੀ ਕੱਖ ਨਹੀਂ ਹੈਗਾ ਵੀ ਉਹ ਕੁਝ ਬੋਲ ਹੀ ਨਹੀਂ ਸਕਦਾ। ਜਿਸ ਚੀਜ਼ ਤੇ ਮੈਂ ਕਹਿੰਦਾ ਵੀ ਬਾਕੀ ਗੱਲਾਂ ਛੱਡ ਦਿਓ, ਜਿਸ ਚੀਜ਼ ਤੇ ਤੁਹਾਡਾ ਇੰਡਸਟਰੀਅਲ ਇਲਾਕੇ ਦੇ ਉੱਤੇ ਕੈਪਟਨ ਸਾਹਿਬ ਵੇਲੇ ਜਿਹੜਾ ਸਟੈਂਡ ਸੀਗਾ ਉਹ ਹੁਣ ਕਿਉਂ ਨਹੀਂ ਹੈ? ਇਹ ਤੁਸੀਂ ਪੰਜਾਬ ਵਿਧਾਨ ਸਭਾ ਦੇ ਵਿੱਚ ਰੱਖੋ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਜਾਂ ਤਾਂ ਤੁਸੀਂ ਉਦੋਂ ਗਲਤ ਹੋਵੋਗੇ ਜਾਂ ਤੁਸੀਂ ਹੁਣ ਗਲਤ ਹੈ, ਜਾਂ ਤੁਸੀਂ ਸਿਰਫ ਸੱਤਾ ਦੇ ਲਾਲਚ 'ਚ ਹੀ ਇਹ ਚੀਕਾਂ ਮਾਰਦੇ ਸੀਗੇ ਲੋਕਾਂ ਨੂੰ, ਮਤਲਬ ਕਿ ਭਰਮਾ ਕੇ ਹੀ ਉਹਨਾਂ ਕੋਲ ਸੱਤਾ ਖੋਈ ਆ। ਜੇਕਰ ਇਸ ਤਰ੍ਹਾਂ ਹੋਇਆ ਫਿਰ ਤੁਹਾਨੂੰ ਅਸਤੀਫਾ ਦੇਣਾ ਚਾਹੀਦਾ, ਮੁੜ ਕੇ ਇਲੈਕਸ਼ਨ ਲੜਨਾ ਚਾਹੀਦਾ। ਠੀਕ ਹੈ ਨਾ? ਈਵਨ ਇਹ 92 ਦੇ 92 ਲੋਕਾਂ ਨੂੰ ਹੀ 92 ਕੇ ਮੈਂ ਕਹਿੰਦਾ 117 ਦੇ 17 ਬੰਦੇ ਅਸਤੀਫਾ ਦੇਣ। ਪੰਜਾਬ ਵਿਧਾਨ ਸਭਾ ਦੇ ਵਿੱਚ ਇਸ ਮਸਲੇ ਤੇ ਪਹਿਲਾਂ ਆਪਣਾ ਸਟੈਂਡ ਕਲੀਅਰ ਕਰਨ ਵੀ ਦਰਿਆਈ ਪਾਣੀ ਦੇ ਮਸਲੇ ਤੇ ਉਹਨਾਂ ਦਾ ਕੀ ਸਟੈਂਡ ਹੈ ਤੇ ਉਹ ਸਤਲੁਜ ਤੇ ਫਲੱਡ ਪਲੇਨ ਬਾਰੇ ਕੀ ਸੋਚਦੇ ਹਨ, ਫਿਰ ਲੋਕਾਂ ਦੇ ਵਿੱਚ ਜਾਣ, ਪਤਾ ਲੱਗ ਜਾਊਗਾ। ਤੁਸੀਂ ਸੱਤਾ ਮਿਲਣ ਤੋਂ ਪਹਿਲਾਂ ਵੱਡੀਆਂ ਵੱਡੀਆਂ, ਹੁਣ ਮੈਂ ਅੱਜ ਗੱਲ ਕਰਦਾ, ਮੈਂ ਹਮੇਸ਼ਾ ਗੱਲ ਕਰਦਾ ਹੁੰਦਾ ਵੀ ਕਦੀ ਵੀ ਸ਼ਖਸੀਅਤ ਪ੍ਰਸਤੀਜ ਦੇ ਵਿੱਚ ਨਾ ਪਓ। ਜੇ ਬੰਦਾ ਅੱਜ ਤੁਹਾਡੇ ਹੱਕ ਦੀ ਗੱਲ ਕਰਦਾ ਹੈ ਉਹਦੇ ਨਾਲ ਖੜੋ, ਜੇ ਉਹੀ ਬੰਦਾ ਤੁਹਾਡੇ ਵਿਰੋਧ 'ਚ ਖੜਦਾ ਹੈ ਹਾਂ ਬੁੱਤ ਪ੍ਰਸਤ ਕੀ ਉਹਦੀ ਸ਼ਖਸੀਅਤ ਪ੍ਰਸਤੀ ਨਾ ਹੋ ਕਰੋ ਵੀ ਹਮੇਸ਼ਾ ਉਹਦੀ ਸੱਚ, ਕੁਝ ਜੇ ਬਲੰਡਰ ਵੀ ਕਰਦਾ ਤਾਂ ਵੀ ਉਹਨੂੰ ਬਚਾਉਣ ਦੀ ਆਪਾਂ ਕੋਸ਼ਿਸ਼ ਕਰਦੇ ਹਾਂ। ਸਾਡਾ ਸਾਰਿਆਂ ਦਾ ਇਹ ਦੁਖਾਂਤ ਹੈ ਵੀ ਜੇ ਅਸੀਂ ਸੋਚਦੇ ਹਾਂ ਅਕਾਲੀ ਬਣ ਕੇ, ਕਾਂਗਰਸੀ ਬਣ ਕੇ ਜਾਂ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਬਣ ਕੇ ਵੀ ਉਹਨਾਂ ਦੇ ਹਿੱਤ ਨਾ ਕਿਤੇ ਹੋ ਜਾਣ। ਪੰਜਾਬ ਬਾਰੇ ਕੌਣ ਸੋਚੂਗਾ ਜੇ ਇਹੀ ਲੋਕਾਂ ਨੂੰ ਉਹ ਹੈ? ਪੰਜਾਬ ਕਾਰਨ ਕੀ ਹੈ ਕਿ ਪੰਜਾਬ ਨਾਲ ਦੇਖੋ ਬਹੁਤ ਵੱਡੇ ਇੱਥੇ ਘੱਲੂਘਾਰੇ ਵੀ ਹੋਏ। ਸਾਡੀ ਸਿਵਲਾਈਜੇਸ਼ਨ ਤਾਂ ਮਹਾਰਾਜ ਦੇ ਸਿਰ ਤੇ ਜਿਉਂਦੀ ਰਹੀ ਆ, ਉਦੋਂ ਵੀ ਪੰਜਾਬ ਜਿਉਂਦਾ। ਹੁਣ ਇਹੀ ਦਰਿਆ ਸੀਗੇ, ਇਹਨਾਂ ਨੇ ਤੁਹਾਨੂੰ ਪਾਲਣਾ ਸੀਗਾ, ਇਹੀ ਪੰਜਾਬ ਦੀ ਉਪਜਾਊ ਜ਼ਮੀਨ ਲਈ ਜ਼ਿੰਮੇਵਾਰ ਹਨ। ਜੇ ਇਹੀ ਸੋਮੇ ਖਤਮ ਹੋ ਗਏ ਤਾਂ ਤੁਹਾਨੂੰ ਪਾਣੀ ਕਿੱਥੋਂ ਮਿਲੂਗਾ? ਤੁਸੀਂ ਇੱਥੋਂ ਨਾ 20 ਕਿਲੋਮੀਟਰ ਤੇ ਬੰਨਾ ਟੋਂਸਾ ਹੈਗਾ ਇਲਾਕਾ ਕਾਠਗੜ੍ਹ ਦਾ, ਉੱਥੇ ਇੰਡਸਟਰੀਅਲ ਜ਼ੋਨ ਹੈ ਦਰਿਆ ਦੇ ਕੋਲ। ਉੱਥੇ ਵੀ ਰਾਤ ਨੂੰ ਉਹਨਾਂ ਨੇ ਨਾ ਸੜਕ ਦੇ ਪਾਰ ਸਫੈਦਾ ਲਾਇਆ ਹੋਇਆ ਦਰਿਆ ਦੇ ਕੰਢੇ ਤੇ, ਉਹ ਇਹੀ ਆ ਵੀ ਜ਼ੀਰੋ ਡਿਸਚਾਰਜ ਵਾਲਾ। ਉਹ ਕਾਗਜ਼ਾਂ 'ਚ ਉੱਥੇ ਸਫੈਦੇ 'ਚ ਕਹਿ ਰਹੇ ਵੀ ਆਹ ਦੇਖੋ ਜੀ ਸਾਡਾ ਪਾਣੀ ਤਾਂ ਇੱਥੇ ਜਾ ਰਿਹਾ। ਅੰਡਰਗਰਾਊਂਡ ਬੋਰ ਕੀਤੇ ਹੋਏ ਆ, ਬੋਰਾਂ 'ਚ ਪਾਣੀ ਪਾਇਆ ਜਾ ਰਿਹਾ। ਜਾਂ ਰਾਤ ਨੂੰ ਕੀ ਕਰਦੇ ਆ, ਮੋਟਰਾਂ ਲਾ ਕੇ ਨਾ ਪਾਈਪ ਲਾ ਕੇ ਦਰਿਆ 'ਚ ਪਾਣੀ ਸਿੱਟ ਦਿੰਦੇ ਆ। ਤੁਸੀਂ ਉਸ ਇਲਾਕੇ ਦੇ ਵਿੱਚ ਦੇਖ ਲੈਣਾ ਕੈਂਸਰ ਕਿੱਦਾਂ, ਗਲੇ ਦਾ ਤੇ ਢਿੱਡ ਦਾ ਕੈਂਸਰ ਹੈ। ਲੋਕੀ 20 ਸਾਲ ਤੋਂ ਪਿੱਟਦੇ ਪਏ ਆ। ਉਹ ਇੰਨਾ ਪ੍ਰੈਸ਼ਰ ਹੁੰਦਾ ਸਿਸਟਮ ਤੇ, ਉਹ ਸਿਵਲ ਸਰਜਨ ਵੀ ਕਹਿ ਦਿੰਦਾ, ਇੱਕ ਪਾਸੇ ਤਾਂ ਉਹਨੇ 180 ਨਲਕਿਆਂ ਤੇ ਲਿਖ ਕੇ ਲਾਇਆ ਹੁੰਦਾ ਵੀ ਇੱਥੇ ਤਾਂ ਪਾਣੀ ਪੀਣ ਯੋਗ ਨਹੀਂ ਹੈ, ਦੂਜੇ ਪਾਸੇ ਇਹ ਕਹਿ ਦਿੰਦੇ ਆ ਵੀ ਕੈਂਸਰ ਦਾ ਕਾਰਨ ਇਹ ਪਤਾ ਨਹੀਂ ਹੈ ਵੀ ਇੰਡਸਟਰੀਅਲ ਐਕਟੀਵਿਟੀ ਹੈ ਜਾਂ ਪਾਣੀ ਹੈ, ਕਹਿੰਦਾ ਸਾਡੇ ਕੋਲ ਕੋਈ ਸਬੂਤ ਨਹੀਂ ਹੈ। ਸੋ ਇਸ ਤਰ੍ਹਾਂ ਸਿਸਟਮ ਕੰਮ ਕਰਦਾ ਪਿਆ ਹੈ। ਬੰਦੇ ਦਾ ਪਤਾ ਉਦੋਂ ਹੀ ਲੱਗਦਾ ਜਦੋਂ ਉਹਦੇ ਹੱਥ 'ਚ ਸੱਤਾ ਹੋਵੇ, ਉਹਦਾ ਕਰੈਕਟਰ ਵੀ ਉਦੋਂ ਹੀ ਪਤਾ ਲੱਗੂਗਾ। ਨਹੀਂ ਤਾਂ ਸਾਡੇ ਆਮ ਜਿਹੇ ਬੰਦਿਆਂ ਦਾ ਕੀ ਕਰੈਕਟਰ ਹੈ, ਸਾਡੇ ਆਮ ਤੁਰੇ ਜਾਂਦਿਆਂ ਦਾ ਕੀ, ਆਮ ਲੋਕਾਂ ਦੇ ਥੋੜ੍ਹਾ ਕੋਈ ਫਰਕ ਪੈ ਜਾਣਾ, ਅਸੀਂ ਆਪਦੀ ਜ਼ਿੰਦਗੀ ਜੀਨੇ ਆ। ਜਦੋਂ ਸਾਡੇ ਹੱਥ 'ਚ ਪਾਵਰ ਆ ਜਾਣੀ ਆ, ਅਸੀਂ ਲੋਕਾਂ ਦੀ ਕਿਸਮਤਾਂ ਲਿਖਣ ਵਾਲੇ ਬਣ ਜਾਂਦੇ ਆ, ਉਹਨਾਂ ਦੇ ਭਵਿੱਖ ਤੇ ਆਪਾਂ ਪਾਲਿਸੀ ਬਣਾਉਣ ਵਾਲੇ ਹੋ ਜਾਂਦੇ ਆ। ਸਾਡਾ ਪਤਾ ਤਾਂ ਉਦੋਂ ਲੱਗੂਗਾ ਜਦੋਂ ਸਾਡੇ ਹੱਥ ਪੱਲੇ ਕੁਝ ਹੋਊਗਾ। ਜਦੋਂ ਇਹੀ ਗੱਲ ਭਗਵੰਤ ਮਾਨ ਸਾਹਿਬ ਤੇ ਲਾਗੂ ਹੁੰਦੀ ਹੈ, ਜਦੋਂ ਤੋਂ ਬੈਠੇ ਸੀਗੇ ਸੱਤਾ ਤੋਂ ਬਾਹਰ, ਉਦੋਂ ਤਾਂ ਪੰਜਾਬ ਉਹ ਕਰ ਰਹੇ ਸੀ। ਜਦੋਂ ਸੱਤਾ ਆ ਗਈ ਉਦੋਂ ਯੈਸ ਬੋਸ ਤੋਂ ਬਿਨਾਂ ਕੋਈ ਗੱਲ ਨਹੀਂ ਕਰਦੇ। ਉਹ ਮਤਲਬ ਕਿ ਗਾਂਧੀ ਜੀ ਦੇ ਜਿਹੜੇ ਕਹਿੰਦੇ ਨਾ 3 ਬਾਂਦਰ ਸੀ, ਨਾ ਬੁਰਾ ਸੁਣੋ ਨਾ ਬੁਰਾ ਦੇਖੋ ਬੋਲੋ, ਉਹ ਗਾਂਧੀ ਜੀ ਦੇ 3 ਬਾਂਦਰਾਂ ਦਾ ਜਿਹੜਾ ਹੈ ਨਾ, ਤਿੰਨੇ ਗੁਣ ਜਿਹੜੇ ਆ ਉਹ ਭਗਵੰਤ ਮਾਨ ਸਾਹਿਬ 'ਚ ਆ ਗਏ ਆ। ਉਹਨਾਂ ਨੂੰ ਦਿੱਲੀੋਂ ਆਰਡਰ ਮਿਲਦਾ ਅਤੇ ਉਹੀ ਚੀਜ਼ ਉਹਨਾਂ ਨੇ ਮੀਡੀਆ ਜਾ ਕੇ ਨਹੀਂ ਬੋਲਣਾ, ਉਹ ਆਪਣੇ ਦਫ਼ਤਰ ਤੋਂ ਬੋਲ ਦੇਣਗੇ, ਉਹ ਬਿਆਨ ਜਾਰੀ ਕਰ ਦੇਣਾ। ਉਹੀ ਕੁਛ ਹੈ। ਕਾਰਨ ਕੀ ਹੈ ਕਿ ਉਹਨਾਂ ਨੂੰ ਪਤਾ ਵੀ ਲੋਕਾਂ ਨੇ ਘੇਰ ਲੈਣਾ। ਸੋ ਰਹਿਨੁਮਾ ਦਾ ਪਤਾ ਲੱਗ ਗਿਆ ਲੋਕਾਂ ਨੂੰ, ਬਹੁਤ ਜਲਦੀ ਉਹ ਹਕੀਕਤ ਪਤਾ ਲੱਗ ਗਈ ਹੈ। ਤੁਸੀਂ ਇੱਕ ਗੱਲ ਆਖੀ ਕਿ ਕਿਸੇ ਦੀ ਬੁੱਤ ਪ੍ਰਸਤੀ ਨਹੀਂ ਹੋਣੀ ਚਾਹੀਦੀ, ਵੀ ਕਿਸੇ ਸ਼ਖਸੀਅਤ ਪ੍ਰਸਤ ਨਹੀਂ ਹੋਣਾ ਚਾਹੀਦਾ ਆਪਾਂ ਨੂੰ। ਇੱਕ ਇੱਥੇ ਇਹ ਵੀ ਹੈ, ਕਹਿੰਦੇ ਵੀ ਮੈਂ ਉੱਥੋਂ ਗੱਲ ਆਈ ਵੀ ਜਿਹੜੇ ਲੋਕ ਸ਼ਖਸੀਅਤ ਪ੍ਰਸਤ ਹੋਏ ਵੇ ਆ ਉਹਨਾਂ ਨੂੰ ਕੁਝ ਲੋਕ ਟਰੋਲ ਵੀ ਕਰ ਰਹੇ ਆ। ਟਰੋਲ ਕੀ ਕਰ ਰਿਹਾ, ਕਹਿੰਦੇ ਵੀ ਜਿਹੜਾ ਮੱਤੇ ਵਾਲਾ ਜੰਗਲ ਇੱਥੇ ਪ੍ਰਭਾਵਿਤ ਹੋਵੇਗਾ, ਇਹਦੇ ਨਾਲ ਜਿਹੜਾ ਭੇਡਾਂ ਦਾ ਜਿਹੜਾ ਇੱਥੇ ਬਰੀਡਿੰਗ ਕੀਤੀ ਜਾਂਦੀ ਹੈ ਕੁਛ, ਉਹ ਵੀ ਪ੍ਰਭਾਵਿਤ ਹੋਵੇਗਾ। ਕਿ ਭਾਈ ਜਿਹੜੇ ਭੇਡਾਂ ਬਣੇ ਬੈਠੇ ਆ ਉਹ ਆਪਦੇ ਬੰਦਿਆਂ ਬਾਰੇ ਸੋਚ ਲਓ, ਆਪਦੇ ਭਾਈਚਾਰੇ ਬਾਰੇ ਸੋਚ ਲਓ। ਇਹ ਵੀ ਇੱਕ ਟਰੋਲਿੰਗ ਹੋ ਰਹੀ ਹੈ। ਦੇਖੋ ਹਾਂ, ਭੇਡ ਫਾਰਮ ਵੀ ਸੀਗਾ ਇੱਥੇ, ਬਾਕੀ ਬਰੀਡਿੰਗ ਫਾਰਮ ਸੀਗੇ, ਪਿਗਰੀਜ਼ ਦੇ ਸੀਗੇ ਜੀ। ਇਹ ਮਤਲਬ ਕਿ ਵੈਸੇ ਸੀਰੀਅਸ ਮਸਲਾ ਹੈ ਵੀ ਇੱਕ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਜੀ। ਆਪਾਂ ਕਹਿੰਦੇ ਆ ਵੀ ਕਿਸਾਨ ਕੁਝ ਹੋਰ ਵੀ ਸਹਾਇਕ ਧੰਦੇ ਕਰਨ ਜੀ। ਤੁਸੀਂ ਇੱਕ ਨੈਚੁਰਲ ਮਾਹੌਲ ਦੇ ਵਿੱਚ ਜਿਹੜਾ ਪੰਜਾਬ ਦੇ ਕੁਦਰਤੀ ਮਾਹੌਲ ਦੇ
ਅਕੋਰਡਿੰਗ ਹੀ ਇੱਥੇ ਕੰਮ ਹੋ ਰਿਹਾ ਸੀਗਾ। ਜੀ ਤੁਸੀਂ ਇੱਕ ਬਣਿਆ ਬਣਾਇਆ ਫਾਰਮ ਕਹਿੰਦੇ ਆ ਵੀ ਚੱਕ ਕੇ ਕਿਤੇ ਹੋਰ ਲੈ ਜਾਂਦੇ ਆ, ਜੀ ਉਹ ਇੱਥੇ ਕਿਉਂ ਚੱਕ ਰਹੇ ਆ ਤੁਸੀਂ? ਜੀ ਉੱਥੇ ਜੰਗਲ ਵੀ ਹੈ, ਦਰਿਆ ਵੀ ਹੈ, ਪੰਜਾਬ ਦਾ ਪੂਰਾ ਲੈਂਡਸਕੇਪ ਹੈ ਇੱਥੇ। ਤੁਸੀਂ ਉੱਥੋਂ ਚੱਕ ਕੇ ਨਵਾਂ ਕਿਉਂ ਬਣਾ ਰਹੇ ਆ? ਤੁਸੀਂ ਜਿੱਥੇ ਲੈ ਕੇ ਜਾਣਾ ਜਾ ਰਹੇ ਆ ਉੱਥੇ ਜ਼ਮੀਨ ਲੱਭ ਲਓ, ਠੀਕ ਹੈ ਨਾ। ਇਹ ਤਾਂ ਹੁਣ ਸ਼ਖਸੀਅਤ ਪ੍ਰਸਤੀ ਦੀ ਇਹੀ ਗੱਲ ਹੈ ਵੀ ਤੁਸੀਂ ਹਰ ਚੀਜ਼ ਨੂੰ ਹੁਣ 2-3 ਦਿਨ ਦਾ ਕੁਝ ਸਾਡੇ ਮੀਡੀਆ ਵਾਲੇ ਭਰਾ ਵੀ ਪ੍ਰਚਾਰ ਕਰਦੇ ਪਏ ਆ ਜੀ ਐਦਾਂ ਨਹੀਂ ਹੋਊਗਾ, ਜਦ ਕਿ ਉਹਨਾਂ ਨੇ ਗਰਾਊਂਡ ਤੇ ਆ ਕੇ ਰਿਪੋਰਟ ਵੀ ਕੀਤੀ ਹੈ, ਸਭ ਕੁਝ ਪਤਾ ਵੀ ਆ ਉਹਨਾਂ ਨੂੰ ਵੀ ਕੀ ਹੋ ਰਿਹਾ। ਪਰ ਉਹ ਹੁਣ ਪਹਿਲਾਂ ਕਹਿੰਦੇ ਸੀ ਗੋਦੀ ਮੀਡੀਆ, ਹਿੰਦੀ ਮੀਡੀਆ ਗੋਦੀ ਮੀਡੀਆ ਬਣ ਗਈ, ਹੁਣ ਤੇ ਪੰਜਾਬੀ ਮੀਡੀਆ ਕੇਜੀ ਮੀਡੀਆ ਬਣ ਗਈ। ਇਹ ਮੀਡੀਆ ਦੀ ਕ੍ਰੈਡੀਬਿਲਟੀ ਤੇ ਵੀ ਉਹ ਕਰਦਾ। ਈਵਨ ਇਹ ਗੱਲ ਨਾ, ਇੱਕ ਜਿਹੜੇ ਲੋਕ ਬੋਲਦੇ ਆ ਜੀ ਪੰਜਾਬ ਦੇ ਮਸਲਿਆਂ ਤੇ, ਉਹ ਸਾਰਿਆਂ ਦੀ ਸ਼ਖਸੀਅਤ ਤੇ ਹੀ ਅਸਰ ਪਾ ਦਿੰਦਾ ਵੀ ਇਹ ਬੰਦੇ ਅੱਜ ਸੱਤਾ ਤੋਂ ਬਾਹਰ ਹੈ, ਇਸ ਕਰਕੇ ਬੋਲਦੇ ਪਏ ਆ ਵੀ ਇਹਨਾਂ ਦੇ ਹੱਥ ਪੱਲੇ ਕੱਖ ਨਹੀਂ ਹੈਗਾ, ਤਾਂ ਧਿਆਨ ਖਿੱਚਣ ਨੂੰ ਬੋਲ ਰਹੇ ਆ। ਸੋ ਇਸ ਚੀਜ਼ ਤੇ ਉਹਨਾਂ ਤੇ ਵੀ ਉਂਗਲੀ ਉਹ ਹੋ ਰਹੀ ਹੈ, ਕਿਉਂਕਿ ਇਹ ਇਸੀ ਚੀਜ਼ ਦਾ ਸਹਾਰਾ ਲੈ ਕੇ ਤਾਂ ਆਮ ਆਦਮੀ ਪਾਰਟੀ ਸੱਤਾ 'ਚ ਆਈ ਹੈ। ਹੁਣ ਕਿੱਥੇ ਗਿਆ? ਹੁਣ ਕਿੱਥੇ ਗ੍ਰਾਮ ਸਵਰਾਜ ਕਿੱਥੇ ਗਿਆ? ਹੁਣ ਜੋ ਕਹਿੰਦੇ ਸੀਗੇ ਲੋਕਪਾਲ ਕਿੱਥੇ ਗਿਆ? ਸਭ ਕੁਝ ਤਾਂ ਖਤਮ ਹੋ ਗਿਆ। ਪਹਿਲਾਂ ਮਾਈਨਿੰਗ ਚੱਲਦੀ ਹੁੰਦੀ ਸੀ, ਹੁਣ ਮਾਈਨਿੰਗ ਦਾ ਨਾਮ ਇਹਨਾਂ ਨੇ ਡੀਸਿਲਟਿੰਗ ਕਰਤਾ। ਉਹ ਦੇਖ ਲੈਣਾ, ਉਹ ਰੋਪੜ ਵਾਲੇ ਐਮਐਲਏ ਸਾਹਿਬ, ਬਹੁਤ ਉਹਨਾਂ ਦਾ ਕੰਮ ਸੀਗਾ ਮਾਈਨਿੰਗ ਖਿਲਾਫ, ਬਹੁਤ ਉਹਨਾਂ ਦੀ ਚੱਡਾ ਸਾਹਿਬ ਗੱਲਾਂ ਕਰਦੇ ਸੀ। ਉਹਨਾਂ ਦੇ ਇਲਾਕੇ 'ਚ ਸਵਾਂ ਤੇ 30 ਫੁੱਟ ਦੀ ਮਾਈਨਿੰਗ ਹੋ ਰਹੀ ਸੀਗੀ, ਲੋਕ ਪਿੰਡ ਵਾਲਿਆਂ ਨੇ ਬੰਦ ਕਰਾਈ ਹੈ। ਔਨ ਰਿਕਾਰਡ ਉਹ ਵੀ ਪਿਆ ਵਾ ਉਹ ਤੁਸੀਂ ਦੇਖ ਲੈਣਾ ਕਿਸ ਪਾਸਿਓਂ ਡੀਸਿਲਟਿੰਗ ਸੀਗੀ। ਜੀ ਜੀ ਜੀ। ਹੁਣ ਜਦੋਂ ਸੱਤਾ ਸਾਡੇ ਕੋਲ ਆ ਗਈ, ਕਹਿੰਦੇ ਆ ਨਾ ਵੀ ਇੱਕ ਰਾਮ ਨਾਂ ਦਾ ਬੰਦਾ ਕੋਈ ਨਾ ਨਿਰਦੋਸ਼ ਸੀਗਾ ਜੀ, ਉਹਨੂੰ ਫਾਹੇ ਲਾਣਾ ਸੀ ਜੀ। ਲੋਕਾਂ ਨੇ, ਵਕੀਲ ਨੇ ਉਹਦਾ ਨਾਂ, ਉਹਦੇ ਸਾਰੇ ਨਿਰਦੋਸ਼ ਸਾਬਿਤ ਕਰ ਲਿਆ ਵੀ ਇਹਨੂੰ ਉਹ ਕਰੂੰਗੇ ਤਾਂ ਤੰਗ ਹੋਊਗਾ ਜੀ। ਸਰਕਾਰ ਨੂੰ ਲੱਗਦਾ ਸੀ ਇਹ ਬੰਦਾ ਸਾਡੇ ਲਈ ਔਖਾ ਹੋਊਗਾ ਕੱਲ੍ਹ ਨੂੰ, ਤੰਗ ਕਰੂਗਾ। ਹਾਂ। ਉਹ ਕਹਿੰਦੇ ਠੀਕ ਹੈ। ਉਹਨਾਂ ਨੇ ਕੀ ਕੀਤਾ, ਉਹਦਾ ਰਾਮ ਦਾ ਨਾਂ ਹੀ ਸ਼ਾਮ ਰੱਖਤਾ। ਉਹ ਕਹਿੰਦੇ ਵੀ ਅਸੀਂ ਰਾਮ ਨੂੰ ਤਾਂ ਮਾਰਿਆ ਨਹੀਂ, ਅਸੀਂ ਤਾਂ ਸ਼ਾਮ ਨੂੰ ਮਾਰਿਆ, ਰਾਮ ਲੱਭ ਲਿਆਓ ਤੁਸੀਂ। ਹੁਣ ਇਹੀ ਗੱਲ ਇਹ ਹੋ ਗਈ। ਹੁਣ ਮੱਤੇ ਵਾਲਾ ਇੰਡਸਟਰੀਅਲ ਜ਼ੋਨ ਦਾ ਪਾਰਕ ਦਾ ਨਾਂ ਕੈਪਟਨ ਸਾਹਿਬ ਨੇ, ਉਹਨਾਂ ਦੇ ਕਿਉਂਕਿ ਡਿਪਲੋਮੈਟ ਜਿਹੜੇ ਹੁੰਦੇ ਆ ਜਾਂ ਜਿਹੜੇ ਅਫਸਰਸ਼ਾਹ ਹੁੰਦੇ, ਬਹੁਤ ਸਿਆਣੇ ਲੋਕ ਹੁੰਦੇ ਆ, ਉਹਨਾਂ ਨੇ ਇਹ ਹਿੱਸਾ ਜਿਹੜਾ ਕੂਮ ਕਲਾਂ ਤਹਿਸੀਲ 'ਚ ਪੈਂਦਾ ਜੀ, ਇੱਥੋਂ 14-15 ਕਿਲੋਮੀਟਰ ਕੂਮ ਕਲਾਂ ਹੈ, ਠੀਕ ਹੈ ਜੀ। ਉਹਨਾਂ ਨੇ ਇਸ ਏਰੀਏ ਦਾ ਨਾਂ ਹੀ ਕੂਮ ਕਲਾਂ ਇੰਡਸਟਰੀਅਲ ਪਾਰਕ ਰੱਖਤਾ। ਉਹ ਮਸਲਾ ਹੀ ਖਤਮ ਕਰਤਾ। ਖਤਮ ਹੀ ਕਰਤਾ। ਉਹ ਕਹਿੰਦਾ ਮੱਤੇ ਵਾਲਾ ਕਿੱਥੇ ਆ, ਇਹ ਤਾਂ ਕੂਮ ਕਲਾਂ ਉਹ ਹੈ। ਸੋ ਇਹੀ ਚੀਜ਼ ਕਰਦੇ ਪਏ ਆ ਇਹ ਲੋਕ, ਸ਼ਰਾਰਤੀ ਲੋਕ ਆ ਸਾਰੇ, ਵੀ ਇਹ ਪੰਜਾਬ ਨੂੰ ਸਟੇਟਸਮੈਨ ਦੀ ਲੋੜ ਹੈ, ਆ ਸ਼ਖਸੀਅਤਾਂ ਦੀ ਨਹੀਂ ਹੈ। ਕੋਈ ਵੀ ਬੰਦਾ, ਈਵਨ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਚਿੱਠੀ ਲਿਖੀ ਹੈ ਇਸ ਬਾਰੇ, ਮੈਂ RSS ਤੱਕ ਵੀ ਪਹੁੰਚ ਕੀਤੀ ਹੈ ਵੀ ਤੁਸੀਂ ਕਹਿੰਦੇ ਆ ਕਿ ਅਸੀਂ ਪੰਜਾਬ ਦੇ ਹਿਤੈਸ਼ੀ ਹਾਂ, ਵੀ ਤੁਸੀਂ ਸਾਨੂੰ ਸਮਝਦੇ ਨਹੀਂ ਪਏ ਵੀ ਅਸੀਂ ਤੁਹਾਨੂੰ ਸਮਝੀਏ ਕਿਉਂ ਤੁਹਾਡੇ ਤੇ ਉਹ ਕਰ ਰਹੇ ਹਾਂ, ਕਿਉਂਕਿ ਤੁਸੀਂ ਆ ਤੁਹਾਡੇ ਐਕਟ ਦੱਸ ਰਹੇ ਆ। ਕਦੀ ਤਾਂ ਤੁਸੀਂ ਇੱਥੇ ਦੇ ਕਿਸਾਨ ਨੂੰ, ਛੋਟੀ ਕਿਸਾਨੀ ਨੂੰ ਲੈਂਡਲੈਸ ਕਰਨ ਨੂੰ ਫਿਰਦੇ ਆ, ਕਦੀ ਤੁਸੀਂ ਸਾਡੀ ਯੂਨੀਵਰਸਿਟੀ ਨੂੰ ਸੈਂਟਰਲ ਯੂਨੀਵਰਸਿਟੀ ਕਰਨ ਦੇ ਵਿੱਚ ਖੜੇ ਹੋ ਜਾਂਦੇ ਆ, ਕਦੀ ਤੁਸੀਂ ਚੰਡੀਗੜ੍ਹ ਸ਼ਹਿਰ ਤੇ UT ਕਾਟਰ ਲਾ ਦਿੰਦੇ ਆ। ਅਸੀਂ ਕਿਉਂ ਤੁਹਾਡੇ ਤੇ ਸ਼ੱਕ ਕਿਉਂ ਨਾ ਕਰੀਏ? ਅਸੀਂ ਤੁਹਾਡੀ ਨੀਅਤ ਨੂੰ ਕਿੱਦਾਂ ਸੁੱਚੀ ਮੰਨ ਲਈਏ? ਹੁਣ ਇਹੀ ਗੱਲ ਹੈ ਵੀ ਜਲ ਜੰਗਲ ਜ਼ਮੀਨ ਦੀ ਲੜਾਈ 'ਚ ਜੇ ਤਾਂ ਤੁਸੀਂ ਸਾਡੇ ਨਾਲ ਆਉਂਦੇ ਆ, ਤੁਸੀਂ ਰਕਵਾਨੇ ਆ, ਤੁਸੀਂ ਕਹੋ ਪ੍ਰਧਾਨ ਮੰਤਰੀ ਨੂੰ ਵੀ ਆਹੀ ਸਤਲੁਜ ਵੀ ਜਿਹੜੀ ਹੈ ਇਹ ਗੰਗਾ ਜਿੰਨੀ ਪਵਿੱਤਰ ਹੈ। ਮੈਂ ਮੈਥੋਲੋਜੀ ਵੱਲ ਜਾਂਦਾ, ਇਹ ਮਾਨਸਰੋਵਰ ਤੋਂ ਨਿਕਲਦੀ ਹੈ। ਮਾਨਸਰੋਵਰ ਨੂੰ ਕੈਲਾਸ਼ ਦੇ ਪੈਰਾਂ 'ਚ ਹੈ। ਉਹ ਕਹਿੰਦੇ ਭਗਵਾਨ ਸ਼ਿਵ ਜੀ ਦਾ ਘਰ ਹੈ, ਉਹਨਾਂ ਦੇ ਪੈਰਾਂ ਤੋਂ ਦਰਿਆ ਨਿਕਲਦਾ। ਬ੍ਰਹਮਪੁੱਤਰਾ, ਇੰਡਸ ਤੇ ਸਤਲੁਜ, ਇਹ 3 ਵੱਡੀਆਂ ਨਦੀਆਂ, ਇਹਨਾਂ ਨੂੰ ਮਾਣ ਮਿਲਿਆ ਹੋਇਆ ਵੀ ਉਹ ਭਗਵਾਨ ਸ਼ੰਕਰ ਦੇ। ਗੰਗਾ ਤਾਂ ਗੰਗੋਤਰੀ ਤੋਂ ਆਉਂਦੀ ਹੈ। ਸੋ ਇਹ ਗੰਗਾ ਨਾਲੋਂ ਵੀ ਪਵਿੱਤਰ ਦਰਿਆ ਹੈ। ਇਹਦੀ ਲੋਕ ਧਾਰਾ ਦੇ ਵਿੱਚ ਹੀ ਇਹ ਦਰਿਆ ਦਾ ਨਾਂ ਸ਼ਤੂ ਧਾਰਾ ਹੈ, ਵੀ 100 ਧਾਰਾਵਾਂ ਤੋਂ ਨਿਕਲਣ ਵਾਲੀ ਨਦੀ। ਉਹ ਕਹਿੰਦੇ ਵੀ ਇੱਕ ਹਿੰਦੂ ਰਿਸ਼ੀ ਹੋਏ ਹੈ, ਰਿਸ਼ੀ ਦਰਵਾਸਾ ਜੀ, ਉਹਦੇ ਬੱਚਾ ਨਾ ਇਸ ਦੇ ਵਿੱਚ ਡੁੱਬ ਕੇ ਮਰ ਗਿਆ ਸੀ, ਡੁੱਬ ਗਿਆ ਸੀਗਾ। ਤਾਂ ਰਿਸ਼ੀ ਨੇ ਨਾ ਛਾਲ ਮਾਰਤੀ ਮਰਨ ਨੂੰ, ਆਪਣੇ ਆਪ ਨੂੰ ਬੰਨ੍ਹ ਕੇ। ਤਾਂ ਦਰਿਆ ਨੇ ਦੇਖਿਆ ਵੀ ਇਹ ਤਾਂ ਰੱਬੀ ਪੁਰਖ ਹੈ, ਵੀ ਇਹ ਤਾਂ ਡੁੱਬਣ ਲੱਗਾ, ਬੱਚੇ ਦੀ ਤਾਂ ਮੌਤ ਆਈ ਹੋਈ ਸੀ ਤਾਂ ਉਹ ਲੈ ਗਿਆ, ਵੀ ਇਹ ਤਾਂ ਬਚਣਾ ਜ਼ਰੂਰੀ ਹੈ। ਤਾਂ ਕਹਿੰਦੇ ਨਦੀ ਨੇ ਆਪਣੇ ਆਪ ਨੂੰ 100 ਧਾਰਾਂ 'ਚ ਵੰਡ ਲਿਆ, ਜਿੱਦਾਂ ਬਿਆਸ ਹੈ ਉਹ ਵੀ ਇਹਦੀ ਇੱਕ ਧਾਰਾ ਹੈ। ਸੋ ਇਸ ਤਰ੍ਹਾਂ ਇਹ ਪਵਿੱਤਰ ਨਦੀ ਸੀਗੀ, ਲੋਕ ਧਾਰਾ 'ਚ ਸਾਡਾ ਯਕੀਨ ਸੀਗਾ। ਹੁਣ ਇਹਨੂੰ ਅਸੀਂ ਖਵਾਜਾ ਵੀ ਕਹਿੰਦੇ ਆ ਦਰਿਆ ਨੂੰ। ਜੇ ਤੁਸੀਂ ਇੱਕ ਕਹਿੰਦੇ ਨਾ ਵੀ ਇੱਕ ਆਪਾਂ ਬੂਟੇ ਥੱਲੇ 'ਚ ਛਾਂ ਮਾਰਨ ਲਈ ਹੋਵੇ ਤਾਂ ਉਸ ਬੂਟੇ ਨੂੰ ਵੱਢਣ ਦਾ ਦਿਲ ਨਹੀਂ ਕਰਦਾ।
ਇਸ ਦਰਿਆ ਦੇ ਪਾਣੀ ਨੂੰ ਅਸੀਂ ਪੀ ਪੀ ਕੇ ਵੱਡੇ ਹੋਏ ਆ ਜੀ ਅਸੀਂ ਕਿੱਦਾਂ ਇਹ ਸੋਚ ਸਕਦੇ ਹਾਂ ਵੀ ਇਹ ਦਰਿਆ ਹੀ ਖਤਮ ਹੋ ਜਾਵੇ ਜਾਂ ਦਰਿਆ ਹੀ ਤਬਾਹ ਹੋ ਜਾਵੇ ਜਾਂ ਨਾਲਾ ਬਣ ਕੇ ਰਹਿ ਜਾਵੇ। ਸੋ ਜੋ ਬੁੱਢਾ ਨਾਲਾ ਅੱਜ ਬਣਿਆ ਹੋਇਆ ਤੁਸੀਂ ਪਹਿਲਾਂ ਬੁੱਢੇ ਨਾਲੇ ਨੂੰ ਬੁੱਢਾ ਦਰਿਆ ਬਣਾ ਕੇ ਦਿਖਾਓ, ਫਿਰ ਇੰਡਸਟਰੀ ਦੀ ਗੱਲ ਕਰਨਾ, ਫਿਰ ਤੁਸੀਂ ਡਿਸਚਾਰਜ ਫ੍ਰੀ ਦੀ ਗੱਲ ਕਰਨਾ। ਤੁਸੀਂ ਉਹ ਕਰੋ। ਤੁਹਾਡੇ ਕੋਲ ਜ਼ਮੀਨਾਂ ਜਿਹੜੀਆਂ ਪਈਆਂ ਉਹ ਰਾਜਪੁਰੇ ਪਈਆਂ, ਰਾਜਕੋਟ ਪਈਆਂ, ਉਹਨਾਂ ਨੂੰ ਹਜ਼ਾਰ ਕਿੱਲੇ ਨੂੰ ਬਾਹਲੋ, ਉੱਥੇ ਇੰਡਸਟਰੀ ਲਿਆਓ ਅਤੇ ਇੰਡਸਟਰੀ ਵੀ ਉਹ ਲੈ ਕੇ ਆਓ ਕਿ ਜਿਹਦੇ ਨਾਲ ਪੰਜਾਬ ਦਾ ਕੋਈ ਵੀ ਪੌਣ ਪਾਣੀ ਪਲੀਤ ਨਾ ਹੋਵੇ। ਲੋਕੀ ਜਿਹੜੇ ਆ ਇੱਕ ਗਰੀਬ ਘਰ, ਅਮੀਰ ਬੰਦਾ ਤਾਂ ਇਲਾਜ ਵੀ ਕਰਾ ਲੂਗਾ, ਇੱਕ ਗਰੀਬ ਘਰ ਦਾ ਬੰਦਾ, ਮੈਂ ਤਾਂ ਕਹਿੰਦਾ ਵੀ ਕੋਈ ਵੀ ਸਾਡੇ ਦੁਸ਼ਮਣ ਦਾ ਵੀ ਬੱਚਾ ਨਾ ਉਹ ਕਦੀ ਵੀ ਬਿਮਾਰ ਨਾ ਹੋਵੇ ਸਾਡੇ ਨਾਲ, ਚਾਹੇ ਉਹਨੇ ਲੜਾਈ ਰੱਖਣੀ ਹੋਵੇ, ਜੇ ਸਾਨੂੰ ਉਹਨੇ ਕੱਲ੍ਹ ਨੂੰ ਵੱਢਣਾ ਵੱਢ ਦੇਵੇ, ਪਰ ਉਹ ਬਿਮਾਰੀ ਨਾਲ ਨਾ ਮਰੇ, ਨਾ ਹੀ ਉਹ ਬੱਚੇ ਦਾ ਬਚਪਨ ਜਾਵੇ ਵੀ ਉਹ ਪਹਿਲੀ ਜਵਾਨੀ ਭੋਗੇ ਬਿਨਾਂ ਹੀ ਇਸ ਦੁਨੀਆ ਤੋਂ ਚਲਾ ਜਾਵੇ। ਸੋ ਮੈਂ ਤਾਂ ਅਪੀਲ ਹੀ ਕਰ ਸਕਦਾ, ਚਾਹੇ ਉਹ ਸੱਤਾਧਾਰੀ ਹੈ ਚਾਹੇ ਵਿਰੋਧੀ ਹੈ, ਕੋਈ ਅਸੀਂ ਛੂਤ ਅਛੂਤ 'ਚ ਨਹੀਂ ਹੋਏ। ਇਸ ਮਾਮਲੇ 'ਚ ਅਸੀਂ ਬੀਜੇਪੀ ਤੱਕ ਵੀ ਪਹੁੰਚ ਕੀਤੀ ਹੈ, ਅਸੀਂ ਕਾਂਗਰਸ ਤੱਕ ਵੀ ਪਹੁੰਚ ਕੀਤੀ, ਸਾਰਿਆਂ ਤੱਕ ਕੀਤੀ ਹੈ। ਅੱਛਾ, ਇੱਕ ਰਠੌਰ ਸਾਹਿਬ ਮੈਂ ਪੁੱਛਣਾ ਚਾਹੁੰਦਾ ਵੀ ਮੱਤੇ ਵਾਲਾ ਦਾ ਜੰਗਲ ਮੰਨ ਲਓ ਤਬਾਹ ਹੁੰਦਾ, ਪੰਜਾਬ ਸਰਕਾਰਾਂ ਕਹਿ ਵੀ ਰਹੀਆਂ ਵੀ ਚਲੋ ਉਹ ਕਹਿ ਰਹੇ ਕਿ ਨਹੀਂ ਵੱਢ ਰਹੇ, ਪਰ ਫਿਰ ਵੀ ਲਗਾਤਾਰ ਇਹ ਦਰਖਤ ਕਟਾਈ ਹੋ ਰਹੀ। ਪੰਜਾਬ ਕੋਲੇ ਬਹੁਤ ਜ਼ਿਆਦਾ ਰਕਬਾ ਜੰਗਲਾਂ ਦਾ ਵੀ, ਕੋਈ ਗੱਲ ਨਹੀਂ, ਜੇ ਵੱਢੇ ਜਾਣਗੇ ਕੋਈ ਪਰਵਾਹ ਦਾ ਕੋਈ ਫਰਕ ਨਹੀਂ ਪੈਂਦਾ, ਜਾਂ ਇਹ ਕੋਈ ਜਿਹੜਾ ਸਾਡੇ ਕੋਲੇ ਸੀਮਤ ਰਹਿ ਗਿਆ। ਇਹਦੇ 'ਤੇ ਵੀ ਗੱਲ ਕਰਨੀ ਜ਼ਰੂਰੀ ਹੈ ਕਿ ਸਾਡੇ ਕੋਲ ਦਰਖਤ ਬਹੁਤ ਜ਼ਿਆਦਾ ਵੀ ਜਿਹੜਾ ਸਰਕਾਰਾਂ ਕੋਈ ਪਰਵਾਹ ਨਹੀਂ ਕਰਦੀਆਂ, ਚਾਹੇ ਸੜਕਾਂ ਕਿਨਾਰੇ ਹੋਣ ਅਤੇ ਚਾਹੇ ਇਸ ਤਰੀਕੇ ਦੇ ਮੱਤੇ ਵਾਲੇ ਵਰਗੇ ਜਿਹੜੇ ਵੱਡੇ ਜੰਗਲ ਆ ਪੰਜਾਬ ਦੇ। ਦੇਖੋ ਜੰਗਲ ਜਿਹੜੇ 3% ਦੇ ਲਾਗੇ ਤੱਕ ਹੀ ਆ ਬਚੇ, ਉਹ ਵੀ ਸੜਕਾਂ ਦੇ ਆਸੇ-ਪਾਸੇ ਦੇ ਰੁੱਖ ਗਿਣਤੀ ਕਰਕੇ। ਹੁਣ ਉਹ ਸੁਖਬੀਰ ਸਿੰਘ ਬਾਦਲ ਹੁਣੀ ਸੀਗੇ ਜਦੋਂ ਸੱਤਾ ਦੇ ਵਿੱਚ, ਉਹ ਪਹਿਲਾਂ ਬਿਸਤ ਦੁਆਬ ਨਹਿਰ ਨੂੰ ਪੱਕੀ ਕਰਨ ਨੂੰ ਫਿਰ ਰਹੇ ਸੀਗੇ, ਉਹਦਾ ਥੱਲਾ ਵੀ ਪੱਕਾ ਕਰ ਰਹੇ ਸੀਗੇ। ਆਸੇ-ਪਾਸਿਓਂ ਜੰਗਲਾਤ ਮਹਿਕਮੇ ਦੀ ਜ਼ਮੀਨਾਂ 'ਤੇ ਜਿੰਨੇ ਦਰਖਤ ਲੱਗੇ ਸੀ ਉਹ ਵੀ ਵੱਢਦੇ। ਹੁਣ ਪਤਾ ਨਹੀਂ ਐਕਚੁਅਲ 'ਚ 3% ਤੋਂ ਵੀ ਥੱਲੇ ਹੀ ਹੈ ਇਹਨਾਂ ਕੋਲ। ਉਹ ਤਾਂ ਸੜਕਾਂ ਦੇ ਆਸੇ ਫਿਰ ਜਿੰਨੇ ਹਾਈਵੇ ਬਣੇ ਆ, ਜਿੰਨੇ ਦਰਖਤ ਪੱਟੇ ਆ, ਉਹਦਾ 10% ਵੀ ਭਰਪਾਈ ਨਹੀਂ ਹੋਈ, ਕਿਉਂਕਿ ਕਾਮਯਾਬ ਹੋਣ ਦੇ ਚਾਂਸਸ ਬਰਾਬਰ ਹੀ ਹੁੰਦੇ ਆ। ਹੁਣ ਤੁਸੀਂ ਇਹ ਦੇਖ ਲੈਣਾ ਚੰਡੀਗੜ੍ਹ ਜਿਹੜਾ ਹਾਈਵੇ ਹੈ ਉਹਦੇ ਉਹ ਨਾ ਹੋਟ ਪਲੇਟ ਬਣ ਜਾਂਦਾ ਹੈ। ਹੁਣ ਪੰਜਾਬ ਵੈਸੇ ਇੱਕ ਸੂਬੇ ਕੋਲ 33% ਰਕਬਾ ਹੋਣਾ ਚਾਹੀਦਾ। ਅਸੀਂ ਕਹਿੰਦੇ ਸਾਡਾ ਰਕਬਾ ਤੁਸੀਂ 3 ਤੋਂ 6% ਹੀ ਕਰ ਦਿਓ। ਤੁਸੀਂ ਵਧਾਉਣੋਂ ਤਾਂ ਗਏ, ਉਹ ਜਿਹੜਾ ਖਤਮ ਹੋ ਰਿਹਾ ਉਹਨੂੰ ਹੋਰ ਖਤਮ ਕਰ ਰਹੇ ਆ, ਅਤੇ ਦੂਸਰਾ ਦਰਿਆਵ ਹੈ। ਇਹ ਜੋ ਰਹਿੰਦ ਖੂੰਦ ਬਚੀ ਹੈ ਸਾਡੇ ਕੋਲ, ਉਹੀ ਤਾਂ ਤੁਸੀਂ ਸਾਨੂੰ ਜਿਹੜਾ ਥੋੜ੍ਹਾ ਬਹੁਤਾ ਪਾਣੀ ਬਚਿਆ ਉਹਨੂੰ ਤਾਂ ਸਾਫ਼ ਰਹਿਣ ਦਿਓ, ਕਿ ਤੁਸੀਂ ਸਾਰਾ ਕੁਛ ਹੀ ਉਹ ਹੈ ਵੀ ਆਪਣੇ ਫਾਇਦਿਆਂ ਲਈ ਹੀ ਵੀ ਸਿੰਡੀਕੇਟ। ਅਸੀਂ ਸਾਡੇ ਸਾਰਿਆਂ ਦਾ ਇੱਕ ਸਮੂਹਿਕ ਕਰੈਕਟਰ ਵੀ ਹੈ। ਰਾਜਨੀਤੀ ਪੰਜਾਬ 'ਚ ਨਾ ਬਹੁਤ ਜ਼ਿਆਦਾ ਮਹਿੰਗੀ ਹੋ ਗਈ ਹੈ। ਅਸੀਂ ਲੋਕ ਵੀ ਨਾ ਜਦੋਂ ਵੋਟਾਂ ਆਉਂਦੀਆਂ ਸਾਰੇ ਉਹ ਪਹਿਲੀ ਸੋਚ ਲੈਂਦੇ ਵੀ ਇਹ ਸਾਲਾ ਵੋਟਾਂ ਤੋਂ ਬਾਅਦ ਬੰਦਾ ਦਿਖਣਾ ਨਹੀਂ, ਇਹਨੂੰ ਢਾਓ ਪਹਿਲੀ, ਇਹਦੇ ਕੋਲ ਸਾਲਿਆਂ ਨੂੰ ਪੈਸੇ। ਵੋਟਾਂ ਇੰਨੀਆਂ ਮਹਿੰਗੀਆਂ ਹੋ ਗਈਆਂ, ਉਹ ਇੱਕ ਸਿੰਡੀਕੇਟ ਬਣ ਗਿਆ। ਆਮ ਜਿਹਾ ਬੰਦਾ ਕੋਈ ਇਲੈਕਸ਼ਨ ਹੀ ਨਹੀਂ ਲੜ ਸਕਦਾ। ਜੇ ਕੋਈ ਸਾਈਕਲ 'ਤੇ ਬੰਦਾ ਤੁਰਿਆ ਜਾਂਦਾ ਹੋਵੇ ਵੋਟਾਂ ਮੰਗਣ ਜਾਵੇ ਨਾ, ਉਹਨੇ ਕਹਿਣਾ ਇਹ ਸਾਈਕਲ 'ਤੇ ਤੁਰਿਆ ਜਾਂਦਾ, ਇਹਨੇ ਕੀ MLA ਬਣਨਾ, ਇਹਨੇ ਸਵਾਹ ਕਰ ਦੇਣਾ। ਸੋ ਇਹੀ ਹੈ ਵੀ ਜੇ ਤੁਸੀਂ ਹੁਣ ਨੁਮਾਇੰਦੇ ਵੀ ਵੱਡੇ ਵੱਡੇ ਗੱਡੀਆਂ ਵਾਲੇ ਰੱਖਣੇ ਆ, ਫੋਰਚੂਨਰਾਂ ਵਾਲੇ ਰੱਖਣੇ ਹੈ। ਹੁਣ ਜਿੱਦਾਂ ਭਗਵੰਤ ਮਾਨ ਸਾਹਿਬ ਕਹਿੰਦੇ ਸੀਗੇ ਵੀ ਸਾਡੇ ਬੰਦੇ ਤਾਂ ਸਿਕਿਉਰਿਟੀ ਨਹੀਂ ਲਊਗੇ, ਹੁਣ ਸਾਰਿਆਂ ਨੂੰ ਸਿਕਿਉਰਿਟੀ ਵੀ ਲਈ ਆ, ਸਾਰੇ ਆਮ ਤੇ ਖਾਸ ਬਣਨ 'ਚ ਟਾਈਮ ਨਹੀਂ ਲੱਗਿਆ। ਸੋ ਮਤਲਬ ਮੈਂ ਪਾਰਟੀਆਂ ਨੂੰ ਨਹੀਂ ਇੱਥੇ ਦੋਸ਼ ਦਿੰਦਾ, ਸਾਡੇ ਆਮ ਲੋਕਾਂ ਦੇ ਵਿੱਚ ਵੀ ਇੱਕ ਸਾਡੇ ਕਰੈਕਟਰ 'ਚ ਵੀ ਫਰਕ ਪਿਆ ਹੈ ਵੀ ਅਸੀਂ ਕਿਤੇ ਅਸੀਂ ਜਿਵੇਂ ਹੁਣ ਤੁਸੀਂ ਬੋਲ ਰਹੇ ਹੋ, ਗੁਰਪ੍ਰੀਤ ਸਿੰਘ ਚੰਦਬਾਜਾ, ਕੁਛ ਲੋਕ ਅਜਿਹੇ ਆ ਜਿਹੜੇ ਵਾਤਾਵਰਨ 'ਤੇ ਬੋਲਦੇ ਰਹਿੰਦੇ ਆ, ਪਰ ਵਾਤਾਵਰਨ ਮੁੱਦਾ ਤਾਂ ਸਾਂਝਾ ਹੈ। ਸਾਡੇ ਲੋਕਾਂ ਨੂੰ ਇਹ ਮੁੱਦਾ ਗੰਭੀਰ ਕਿਉਂ ਨਹੀਂ ਲੱਗਦਾ? ਸਾਡੇ ਮੁੱਦਾ ਨੂੰ ਲੋਕਾਂ ਨੂੰ ਹੋਰ ਬੜੇ ਮੁੱਦੇ ਗੰਭੀਰ ਲੱਗਦੇ ਆ। ਮੀਡੀਆ 'ਤੇ ਵੀ ਇੱਕ ਗੱਲ ਆ ਜਾਂਦੀ ਕਿ ਮੀਡੀਆ ਇਹ ਚੀਜ਼ਾਂ ਦਿਖਾਉਂਦਾ ਨਹੀਂ, ਪਰ ਮੀਡੀਆ ਇੱਕ ਗੱਲ ਤੋਂ ਇੱਥੋਂ ਵੀ ਨਿਕਲ ਜਾਂਦਾ ਕਿ ਲੋਕ ਦੇਖਦੇ ਹੀ ਨਹੀਂ। ਮੀਡੀਆ ਇੱਥੇ ਵੀ ਕਹਿੰਦਾ ਕਿ ਜੀ ਅਸੀਂ ਕੀ ਕਰੀਏ, ਲੋਕ ਸਾਡੇ ਦੇਖਦੇ ਨਹੀਂ, ਦੇਖਣਗੇ ਨਹੀਂ ਤਾਂ ਪੈਸੇ ਕਿੱਥੋਂ ਆਉਣਗੇ। ਚਲੋ ਵੈਸੇ ਤਾਂ ਮੀਡੀਆ ਦਾ ਪੱਖ ਹੁੰਦਾ ਕਿ ਮੀਡੀਆ ਨੇ ਲੋਕਾਂ ਦੀ ਗੱਲ ਕਰਨੀ ਹੁੰਦੀ ਹੈ, ਪਰ ਲੋਕਾਂ ਦਾ ਵੀ ਪੱਧਰ ਕਿਤੇ ਨਾ ਕਿਤੇ ਇਹ ਸੈੱਟ ਹੋਇਆ ਵਾ ਵੀ ਭਾਈ ਕੋਈ ਨਹੀਂ, ਜੇ ਕੋਈ ਵੱਡਾ ਜਾਂਦਾ ਖਤਮ ਹੁੰਦਾ ਹੋ ਜਾਂਦੇ। ਦੇਖੋ ਇੱਕ ਹੁਣ ਪੰਜਾਬ 'ਚ ਨਾ ਇੱਕ ਰੈਸ਼ਨਲ ਥਿਊਰੀ ਆਈ ਹੈ ਵੀ ਤਰਕਸ਼ੀਲਤਾ ਹੋਣੀ ਚਾਹੀਦੀ ਹੈ। ਤੁਹਾਡੇ ਮੈਥੋਲੋਜੀ ਸੀਗੀ, ਚਾਹੇ ਤੁਸੀਂ ਉਹਨੂੰ ਅੰਧ ਵਿਸ਼ਵਾਸ ਮੰਨ ਲਓ, ਪਰ ਘੱਟੋ ਘੱਟ ਉਹਨੇ ਤੁਹਾਡੇ ਰੁੱਖਾਂ ਨੂੰ, ਤੁਹਾਡੇ ਦਰਿਆਵਾਂ ਨੂੰ, ਤੁਹਾਡੇ ਖੂਹਾਂ ਨੂੰ ਤਾਂ ਬਚਾਇਆ ਹੋਇਆ ਸੀ। ਕਿਸੇ ਨੂੰ ਖਵਾਜਾ ਕਹਿ ਦਿੰਦੇ ਸੀ, ਕਿਸੇ ਨੂੰ ਦੇਵਤਾ ਕਹਿ ਦਿੰਦੇ ਸੀ, ਚਾਹੇ ਉਹ ਅੰਧ ਵਿਸ਼ਵਾਸ ਸੀਗਾ ਜਾਂ ਨਹੀਂ ਸੀਗਾ ਵਿਸ਼ਵਾਸ, ਪਰ ਉਹਦਾ ਕੁਛ ਨਾ ਕੁਛ ਫਾਇਦਾ ਤਾਂ ਸੀਗਾ ਤੁਹਾਨੂੰ। ਇਹੋ ਜਿਹਾ ਤਰਕ ਕੀ ਆਇਆ ਵੀ ਤੁਹਾਡੇ ਦਰਿਆ ਵੀ ਪਲੀਤ ਹੋ ਗਏ ਹੈਂ। ਹੁਣ ਬੰਦਾ ਇਹ ਸੋਚਦਾ ਵਿਕਾਸ ਵਿਕਾਸ ਵਿਕਾਸ, ਫਰਜ਼ੀ ਜਿਹੜਾ ਮਸਲਾ ਖੜਾ ਕੀਤਾ ਹੋਇਆ ਇਸ ਭਾਰਤ ਦੇ ਵਿੱਚ। ਸਰਕਾਰੀ ਅਤੇ ਗੈਰ ਸਰਕਾਰੀ ਪ੍ਰਾਈਵੇਟ ਸੈਕਟਰ ਦੀਆਂ ਫੈਕਟਰੀਆਂ ਦੀਆਂ ਵੀ ਨੌਕਰੀਆਂ ਮਿਲਾ ਕੇ ਸਾਰੀਆਂ 4 ਕਰੋੜ ਹੈ ਜੀ। ਬਾਕੀ ਤਾਂ ਲੋਕ ਜਿਹੜੇ ਆ ਕੋਈ ਖੇਤੀਬਾੜੀ 'ਤੇ ਖੜਾ ਜਾਂ ਕੁਛ ਉਹ ਹੈ।
ਹੁਣ 4 ਕਰੋੜ ਨੌਕਰੀਆਂ ਹੀ ਪੈਦਾ ਹੋਈਆਂ। ਅਸੀਂ ਵਿਕਾਸ ਕਹਿ ਰਹੇ ਹਾਂ ਜੀ, ਆ ਵਿਕਾਸ, ਪਰ ਵਿਕਾਸ ਦਾ ਮਤਲਬ ਇਹ ਤਾਂ ਕਦੀ ਨਹੀਂ ਹੋ ਸਕਦਾ ਵੀ ਤੁਸੀਂ ਦਰਿਆਈ ਪਲੀਤ ਕਰ ਦਿਓ। ਇਹ ਕਹਿ ਰਹੇ ਨਾ, ਇਹ ਹਾਲਤ ਨਾ ਲੰਡਨ ਦੀ ਥੇਮਸ ਰਿਵਰ ਦੀ 100 ਸਾਲ ਪਹਿਲਾਂ ਸੀ, 100 ਸਵਾ 100 ਸਾਲ ਪਹਿਲਾਂ, ਜਦੋਂ ਕਿ ਇੰਡਸਟਰੀਲਾਈਜੇਸ਼ਨ ਦਾ ਏਰਾ ਸ਼ੁਰੂ ਹੋਇਆ, ਉਹ ਵੀ ਬੁੱਢਾ ਨਾਲਾ ਬਣ ਗਈ ਸੀ। ਤੇ ਫਿਰ ਉਹਨਾਂ ਨੂੰ ਲੱਗਿਆ ਵੀ ਨਹੀਂ ਯਾਰ ਇਹ ਇਦਾਂ ਨਹੀਂ, ਉਹਨਾਂ ਨੇ ਫਿਰ ਉਹ ਨਦੀ ਬਚਾਈ। ਤੇ ਅੱਜ ਜਿਹੜਾ ਉੱਥੇ ਕਹਿੰਦੇ ਡਿਸਚਾਰਜ ਹੋ ਰਿਹਾ ਯੂਰਪ ਦੇ ਵਿੱਚ, ਉਹਦਾ ਸਟੈਂਡਰਡ ਇਹ ਹੈ ਵੀ ਉਹ ਦਰਿਆ ਦੇ ਵਿੱਚ ਜਿਹੜਾ ਪਾਣੀ ਹੈ ਉਹਦੀ ਕੁਆਲਿਟੀ ਉਹਦੇ ਨਾਲੋਂ ਥੱਲੇ ਹੈ। ਜਿਹੜਾ ਪਾਣੀ ਡਿਸਚਾਰਜ ਕਰਦੇ ਆ ਨਾ ਸਾਫ਼ ਸੂਫ ਕਰਕੇ, ਉਹ ਇੰਨਾ ਵਧੀਆ ਹੈ। ਪਰ ਕੀ ਹੈ ਵੀ ਇਸ ਚੀਜ਼ ਦੀ ਇੱਕ ਕੋਸਟ ਹੈ। ਇਸੀ ਕਰਕੇ ਦੁਨੀਆ ਜਿਹੜੀ ਹੈ ਥਰਡ ਵਰਲਡ ਦੇ ਵਿੱਚ ਇੰਡਸਟਰੀ ਲਗਾਉਂਦੀ ਹੈ ਵੀ ਇਹ ਕੂੜੇਦਾਨ ਹੈ, ਵੀ ਇੱਥੇ ਵਾਤਾਵਰਨ ਦੇ ਜਿਹੜੇ ਨਿਯਮ ਹੈ, ਜਿਹੜੇ এনवायरमेंट ਦੇ ਉਹ ਹੈ, ਇਹ ਲੋਆਂ ਨੂੰ ਤੋੜਿਆ ਮਰੋੜਿਆ ਜਾ ਸਕੇ। ਤੇ ਉਹੀ ਚੀਜ਼ 'ਚੋਂ ਭਾਰਤ ਦਾ ਵਿਕਾਸ ਨਿਕਲ ਰਿਹਾ ਹੈ। ਤੁਸੀਂ ਦੁਨੀਆ ਦੀ ਵੇਸਟੇਜ ਇੱਥੇ ਲਿਆ ਕੇ ਰੀਸਾਈਕਲ ਕਰਨ ਲੱਗ ਜਾਓਗੇ ਤਾਂ ਅਸਰ ਤਾਂ ਪੈਣਾ ਹੀ ਆ। ਅਸੀਂ ਕਹਿੰਦੇ ਹਾਂ ਵੀ ਠੀਕ ਹੈ ਵੀ ਸਾਡੀ ਇਹ ਲੋੜ ਹੈ ਇੰਡਸਟਰੀ ਜੀ, ਪਰ ਲੋੜ ਸਾਨੂੰ, ਸਾਡੇ ਵੀ ਜਿਹੜੇ ਮੈਜ਼ਰਮੈਂਟ ਹੈ ਸਾਰੇ ਯੂਰਪੀਅਨ ਸਟੈਂਡਰਡ ਦੇ ਕਿਉਂ ਨਹੀਂ ਹੈ? ਅਸੀਂ ਕਿਉਂ ਨਹੀਂ ਇਹਨੂੰ ਪ੍ਰੋਟੈਕਟ ਕਰ ਰਹੇ? ਜੇ ਲੁਧਿਆਣਾ ਮਾਸਟਰ ਪਲਾਨ ਦੇ ਵਿੱਚ ਇਹ ਇਲਾਕਾ ਨੋ ਕੰਸਟਰਕਸ਼ਨ ਜ਼ੋਨ ਹੈ ਤਾਂ ਤੁਸੀਂ ਕਿਉਂ ਕੰਸਟਰਕਸ਼ਨ ਕਰ ਰਹੇ ਹੋ ਇੱਥੇ? ਜੇ ਮਾਸਟਰ ਪਲਾਨ ਬਣਾਉਣ ਲੱਗੇ ਉਹਨਾਂ ਨੇ ਸੋਚਿਆ ਸੀਗਾ, ਕੁਝ ਸੋਚ ਕੇ ਹੀ ਉਹ ਇਹ ਬਣਾਇਆ ਹੋਊਗਾ ਵੀ ਇਹ ਕਿਉਂਕਿ ਸ਼ਹਿਰ ਨੂੰ ਸਾਹ ਮਿਲਦਾ ਰਹੇ। ਹੁਣ ਜੇ ਤੁਸੀਂ ਇਹੀ ਸਭ ਕੁਝ ਖਤਮ ਕਰ ਦੋਗੇ ਤਾਂ ਕੁਝ ਨਹੀਂ ਰਹਿਣਾ। ਇੱਕ ਪਾਸੇ ਕਹਿੰਦੇ ਕਿ ਗੰਗਾ ਦੇ ਆਸੇ-ਪਾਸੇ ਨਾ ਜੰਗਲ ਲਗਾਏ ਜਾ ਰਹੇ ਹੈ ਜੀ, ਦੂਜੇ ਪਾਸੇ ਤੁਸੀਂ ਦੇਖ ਲਓ ਵੀ ਇਹਦੇ ਆਸੇ-ਪਾਸੇ ਸਾਰੀ ਗ੍ਰੀਨਰੀ ਖਤਮ ਕੀਤੀ ਜਾ ਰਹੀ ਹੈ, ਮਨੁੱਖੀ ਆਬਾਦੀ ਦਾ ਦਬਾਅ ਵਧਾਇਆ ਜਾ ਰਿਹਾ। ਸੋ ਇਸ ਮੁਲਕ ਦੇ ਵਿੱਚ ਆਪਣੇ ਹੀ ਲੋਕਾਂ ਲਈ ਡਬਲ ਸਟੈਂਡਰਡ ਜਿਹੜੇ ਦਿਖਦੇ ਆ ਵੀ ਇੱਕ ਤਾਂ ਹਿੰਦੀ ਬੈਲਟ ਦਾ ਏਰੀਆ ਹੈ, ਉਹਨਾਂ ਨੂੰ ਪਾਣੀ ਦੇਣਾ। ਤੁਸੀਂ ਇਹ ਇੱਕ ਚੀਜ਼ ਦੇਖ ਲਓ, ਗੰਗਾ 'ਚ ਹਰ ਸਾਲ ਹੜ੍ਹ ਆਉਂਦਾ, ਬਿਹਾਰ 'ਚ ਯੂਪੀ 'ਚ ਹੜ੍ਹ ਆਉਂਦਾ। ਕਦੀ ਇਹ ਤਾਂ ਸੋਚਿਆ ਨਹੀਂ ਵੀ ਉੱਥੇ ਦਾ ਪਾਣੀ ਲੈ ਕੇ ਉਹ ਗੁਜਰਾਤ 'ਚ ਦੇ ਦਈਏ ਜੀ। ਪੰਜਾਬ ਦਾ ਹੀ ਸੋਚਦੇ ਆ ਵੀ ਇਹ ਮੋੜਨਾ ਤਾਂ ਪੰਜਾਬ ਦਾ ਹੀ ਮੋੜਨਾ, ਬਾਕੀ ਨਹੀਂ ਵੀ ਅਸੀਂ ਸ਼ਾਂਤੀ ਤਾਂ ਹੋਣਾ ਵੀ ਇਹ ਪਾਕਿਸਤਾਨ ਨੂੰ ਜਾਂਦਾ। ਇਹ ਐਵੇਂ ਕਹੀ ਜਾਂਦੇ ਆ ਵੀ ਦਰਿਆ ਤਾਂ ਵਗਣਾ ਹੀ ਹੈ। ਉਹਦੇ ਵਿੱਚ ਪਾਣੀ ਜਿਹੜਾ ਤੁਸੀਂ ਇੰਡਸ ਵਾਟਰ ਟਰੀਟੀ 'ਚ ਮੰਨਿਆ ਸੀਗਾ ਵੀ ਉਹਦਾ ਰੀਵਰ ਜ਼ੋਨ ਜਿਹੜਾ ਬੈੱਡ ਬਚਣਾ ਚਾਹੀਦਾ, ਉਹ ਬਚੇ। ਤੇ ਇਸੀ ਕਰਕੇ ਇਸ ਨੂੰ ਥੋੜ੍ਹਾ ਜਿਹੜਾ ਹੈ ਨਾ ਧਰਮ ਦੇ ਮਸਲੇ ਤੋਂ ਹੀ ਸੋਚ ਲਓ, ਜੇ ਤੁਸੀਂ ਵਾਤਾਵਰਨ ਤੋਂ ਨਹੀਂ ਸੋਚਣਾ। ਬਾਕੀ ਗੱਲ ਇਹ ਆ ਵੀ ਸਾਡੇ ਜਿਹੜੇ ਅਕੈਡਮਿਕ ਸੈਕਸ਼ਨ ਦੇ ਵਿੱਚ ਵੀ ਨਾ ਸਾਡਾ ਇੱਕ ਜਿਹੜਾ ਇਹਨਾਂ ਨਾਲ ਇੱਕ ਸੁਭਾਵਿਕ ਸੀਗਾ ਕਲਚਰਲੀ ਸੱਭਿਆਚਾਰਕ ਜਿਹੜਾ ਜੁੜਾਅ ਸੀਗਾ ਇਹਨਾਂ ਚੀਜ਼ਾਂ ਨਾਲੋਂ ਟੁੱਟ ਚੱਕਾ ਹੈ। ਹੁਣ ਸਾਡਾ ਮਾਂ-ਬਾਪ ਨਾਲ ਜਿਹੜਾ ਪਿਆਰ ਹੈ ਉਹ ਇੱਕ ਭਾਵੁਕ ਰਿਸ਼ਤਾ ਵੀ ਹੈ, ਇੱਕ ਸੱਭਿਆਚਾਰ 'ਚ ਵੀ ਆਉਂਦਾ ਵੀ ਮਾਂ-ਬਾਪ ਨੂੰ। ਜੇ ਅਸੀਂ ਹੁਣ ਪਹਿਲੀ ਸੋਚ ਲਿਆ ਵੀ ਜਿੱਦਾਂ ਯੂਰਪ 'ਚ ਹੀ ਹੈ ਵੈਸਟਰਨ ਸੁਸਾਇਟੀ ਦੇ ਵਿੱਚ, ਉੱਥੇ ਵਿਆਹ ਨਾਮ ਦੀ ਸੰਸਥਾ ਵੀਕ ਹੋ ਰਹੀ ਹੈ, ਲਿਵਿੰਗ 'ਚ ਆ ਗਏ ਹੈ ਉਹ ਕਹਿ ਦਿੰਦੇ ਵੀ ਬੱਚਾ ਜ਼ਰੂਰਤ ਹੋਵੇ ਵੀ ਕੀ ਲੋੜ ਹੈ ਬੱਚਿਆਂ ਦੀ। ਫਿਰ ਸਿਸਟਮ ਨਹੀਂ ਨਾ ਚੱਲ ਪਊਗਾ, ਸਾਰੀ ਸਿਵਲਾਈਜੇਸ਼ਨ ਹੀ ਸਾਰੀ ਤਬਾਹ ਹੋ ਜੂਗੀ ਜੇ ਆਪਾਂ ਇਸੀ ਤਰ੍ਹਾਂ ਸੋਚਣ ਲੱਗ ਗਏ। ਤੇ ਇਹੀ ਚੀਜ਼ ਆ ਉਹ ਹੈ ਵੀ ਅਸੀਂ ਕਨਫਿਊਜ਼ਡ ਲੋਕ ਹੋਏ ਪਏ ਹਾਂ, ਨਾ ਤਾਂ ਅਸੀਂ ਇੱਧਰ ਦੇ ਹੋ ਪਾ ਰਹੇ ਹਾਂ ਨਾ ਉੱਧਰ ਦੇ ਹੋ ਰਹੇ ਹਾਂ। ਉਸੀ ਚੱਕਰ 'ਚ ਸਾਡਾ ਜਿਹੜਾ এনवायरमेंटल ਕ੍ਰਾਈਸਿਸ ਨਿਕਲ ਰਿਹਾ। ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਤਾਂ ਗੱਲਬਾਤ ਕੀਤੀ ਗੰਗਵੀਰ ਰਠੌਰ ਸਾਡੇ ਨਾਲ ਸਨ। ਮੁੱਦਾ ਉਹੀ ਹੈ ਜੋ ਪਹਿਲਾਂ ਸਰਕਾਰਾਂ ਕੋਲ ਸੀ, ਚਾਹੇ ਅਕਾਲੀ ਦਲ ਸੀ, ਚਾਹੇ ਉਸ ਤੋਂ ਬਾਅਦ ਕਾਂਗਰਸ ਆਈ, ਚਾਹੇ ਹੁਣ ਆਮ ਆਦਮੀ ਪਾਰਟੀ। ਮੁੱਦਾ ਪੰਜਾਬ ਦੇ ਜਲ ਜੰਗਲ ਤੇ ਜ਼ਮੀਨ ਨੂੰ ਬਚਾਉਣ ਦਾ, ਜਿਹਦੇ ਤਹਿਤ ਸਤਲੁਜ ਨੂੰ ਬਚਾਉਣਾ, ਜਿਹਦੇ ਤਹਿਤ ਅਸੀਂ ਆਪਣੇ ਦਰਿਆਵਾਂ, ਬਾਕੀ ਦਰਿਆਵਾਂ ਨੂੰ ਤੇ ਆਪਣੇ ਜੰਗਲਾਂ ਨੂੰ ਤੇ ਆਪਣੀ ਜ਼ਮੀਨ ਨੂੰ। ਪਰ ਸਰਕਾਰ ਉਹੀ ਗੱਲ ਆ ਜਾਂਦੀ ਹੈ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹੀ ਗੱਲਾਂ ਕੁਝ ਚੰਗੀਆਂ ਲੱਗਦੀਆਂ ਸੀ ਉਹਨਾਂ ਨੂੰ ਕਿ ਬਹੁਤ ਜੀ ਮਾੜਾ ਹੋ ਰਿਹਾ ਸੀ, ਚੰਗੀਆਂ ਗੱਲਾਂ ਕਰਾਂਗੇ। ਅੱਜ ਸਰਕਾਰ ਆ ਗਈ ਹੈ ਤਾਂ ਸਰਕਾਰ ਦੇ ਮਤੇ ਵੀ ਉਹੀ ਮਾੜੇ ਹੋ ਗਏ ਹੈ ਜੋ ਪਹਿਲਾਂ ਵਾਲੀਆਂ ਸਰਕਾਰਾਂ ਦੇ ਸੀ। ਤਾਂ ਸਵਾਲ ਖੜਾ ਹੁੰਦਾ ਹੈ ਕਿ ਸਰਕਾਰਾਂ ਅਕਸਰ ਦੇ ਅਸਲ ਦੇ ਵਿੱਚ ਚਾਹੁੰਦੀਆਂ ਕੀ ਹੈ? ਕੀ ਅਖੌਤੀ ਵਿਕਾਸ ਦੇ ਨਾਮ ਤੇ ਲੋਕਾਂ ਦੀ ਜ਼ਿੰਦਗੀ ਨੂੰ ਤਬਾਹ ਕਰਨਾ? ਜਿੱਥੇ ਪੰਜਾਬ ਦੀ ਮਾਲਵਾ ਬੈਲਟ ਪਹਿਲਾਂ ਹੀ ਕੈਂਸਰ ਦਾ ਸ਼ਿਕਾਰ ਹੋ ਚੁੱਕੀ ਹੈ, ਪੂਰੇ ਤਰੀਕੇ ਦੇ ਨਾਲ ਹਰ ਘਰ ਦੇ ਵਿੱਚ ਕੈਂਸਰ ਆ ਚੁੱਕਿਆ, ਹਾਲੇ ਹੋਰ ਕਿੰਨਾ ਕੈਂਸਰ ਵੰਡਣਾ ਹੈ? ਇਹ ਵੀ ਇੱਕ ਸਵਾਲ ਹੈ। ਕਿੰਨੇ ਕੁ ਲੋਕਾਂ ਦੀਆਂ ਜਾਨਾਂ ਲੈ ਕੇ ਜਿਹੜੀਆਂ ਇਹ ਸਰਕਾਰਾਂ ਦੀਆਂ, ਇਹ ਵੱਡੇ ਲੋਕਾਂ ਦੀਆਂ ਜਿਹੜੀ ਤ੍ਰਿਪਤੀ ਹੋਣੀ ਆ, ਹਲੇ ਕਿੰਨੇ ਲੋਕਾਂ ਦੀ ਜਾਨ ਲੈ ਕੇ? ਕਿਉਂ ਕਾਰਪੋਰੇਟਾਂ ਨੂੰ ਪੰਜਾਬ ਵੇਚਣ ਤੇ ਤੁਲੀ ਹੋਈ ਹੈ ਸਰਕਾਰ? 950 ਦੇ ਕਰੀਬ ਕਿੱਲਾ ਜਿਹੜਾ ਮੱਤੇਆੜਾ ਜੰਗਲ ਦੇ ਏਰੀਏ ਦਾ ਉਹ ਦਿੱਤਾ ਜਾ ਰਿਹਾ ਹੈ। ਇਹਦੇ ਨਾਲ ਜਿਹੜਾ ਜੰਗਲ ਵੀ ਤਬਾਹ ਹੋਵੇਗਾ, ਸਤਲੁਜ ਦਾ ਪਾਣੀ ਵੀ ਤਬਾਹ ਹੋਵੇਗਾ ਤੇ ਸਾਡੇ ਕੁਦਰਤੀ ਸਰੋਤ ਵੀ ਖਤਮ ਹੋਣਗੇ। ਕੈਮਰਾ ਪਰਸਨ ਜਸ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕ ਅਵਾਈ ਟੀਵੀ।